ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਕਰਵਾਓ, ਮੈਂ ਤੁਹਾਨੂੰ ਇਸ ਟਾਈਮ ਤੇ ਲਿਖ ਕੇ ਦਿੰਨਾ। ਪੈਸੇ ਸੈਂਡ ਕਰਨ ਦੇ ਬਾਵਜੂਦ ਵੀ ਕੋਈ ਹੱਲ नहीं होया। फिर ये ਮੈਨੂੰ ਧਮਕੀਆਂ ਦਿੰਦੇ ਨੇ, सब कुछ खराब कर दूंगा, तेरी लाइफ बर्बाद कर दूंगा। काम वाम हुआ या ना हुआ कि हम भगवान नहीं है, काम है कर देते हैं। तो आपके जो पोस्टर होते हैं उन पे आप क्यों लिखते हैं 100% श्योरिटी? मैं क्या बोलता हूँ नहीं सर, मैं आपका कोई पोस्टर है जिसपे आपने ये लिखा है कि मैं हम भगवान नहीं है? वशीकरण काला जादू इदां दा कुछ सी? नहीं ये नहीं करते, हम पूजा पाठ करते हैं। ਤੁਹਾਡੇ ਕਹਿਣ ਅਨੁਸਾਰ ਕਿ ਵਸ਼ੀ ਕਰਨਾ, ਕਿਸੇ ਨੂੰ ਆਪਦੇ ਵਾਸਤੇ ਵਿੱਚ ਕਰਨਾ, ਆਪਦੇ ਕਾਬੂ ਦੇ ਵਿੱਚ, ਤੁਸੀਂ ਉਹ ਕਰ ਦਿੰਦੇ ਹੋ। ਲਓ ਜੀ, ਇਹ ਵੀ ਫੋਨ ਕੱਟ ਗਿਆ। ਕਬੀਰ ਖਾਨ ਜੀ ਗੱਲ ਕਰ ਰਹੇ ਹੋ? बाद में करना, थोड़ा बिजी हूँ मैं। ਲਓ ਜੀ, ਇਹ ਉਹ ਤਾਂਤਰਿਕ ਨੇ ਜਿਹੜੇ ਲੋਕਾਂ ਦਾ ਭਲਾ ਕਰਨ ਦੇ ਲਈ ਕਹਿੰਦੇ ਨੇ ਤੇ ਫੋਨ ਵੀ ਨਹੀਂ ਚੁੱਕਦੇ। कोई वशीकरण नहीं करते? नहीं करते। और कोई तांत्रिक वगैरह कुछ करते हो आप? नहीं करते। लेकिन जो आपका पोस्टर है वो मैं आपको सेंड कर दो तो उस पर सब कुछ लिखा हुआ है। करो या ना करो, लेकिन आप तो इस बात का क्या मतलब है? नहीं आप सर्विस दे रहे हो। मैं आपको जो करना है वो कर लो, मेरी बात सुन लो ही। हाँ। एक रुपया नहीं मिलेगा। ਜਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਨਾ, ਉਹ ਇਹ ਨਹੀਂ ਦੇਖਦਾ ਕਿ ਮੈਂ 50,000 ਰੁਪਈਆ ਕਿਸੇ ਤੋਂ ਫੜ ਕੇ ਮੈਂ ਇਹਨਾਂ ਨੂੰ ਦੇ ਰਿਹਾ। ਉਹ ਬੰਦਾ ਉਦੋਂ ਮੈਂ ਆਪਣੇ ਆਪ ਤੇ ਇਹ ਨਹੀਂ ਦੇਖ ਰਿਹਾ ਸੀਗਾ ਕਿ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਮੇਰੇ ਕੋਲ ਮੈਂ ਹੁਣ ਦਊਂ ਕਿੱਥੋਂ। सर वो तो हमें पता था कि आप ठग हो, वो हमें पता था कि आप फ्रॉड हो, हमें पता था आप 1.5 महीने बाद क्या 1.5 साल बाद भी एक पैसा नहीं दोगे, आप पूरे ठग हो सर। गरीब के चूल्हे पे निगाह मारोगे तो 7300 में 2 या 3 चूल्हे चलेंगे और आपने उनके चूल्हे पे लात मारी है सर। सत श्री अकाल, RMB टेलीविजन देख रहे हो तुसी, मैं हाँ जस करेबाल। तंत्र विद्या, तांत्रिक, ਕਾਲਾ ਜਾਦੂ, ਵਸ਼ੀਕਰਨ, ਹੋਰ ਪਤਾ ਨਹੀਂ ਕੀ ਐਡਾਂ ਜਿਹੜੀਆਂ ਹਰ ਦਿਨ ਤੁਸੀਂ ਟੀਵੀ ਸਕਰੀਨਾਂ ਤੇ ਦੇਖਦੇ ਹੋਵੋਗੇ, YouTube ਤੇ, Facebook ਤੇ, Instagram ਤੇ, ਤੱਕ ਕਿ ਸ਼ਾਇਦ ਅਖਬਾਰਾਂ ਦੇ ਉੱਪਰ ਵੀ ਦੇਖਦੇ ਹੋਵੋਗੇ। ਤੇ ਉੱਤੇ ਬੜਾ ਕੁਝ ਲਿਖਿਆ ਹੁੰਦਾ ਕਿ ਭਾਈ ਮਨ ਚਾਹਾ ਪਿਆਰ ਪਾਓ, ਪਤਾ ਨਹੀਂ ਕਿਹੜੀ ਚੀਜ਼ ਤੋਂ ਛੁਟਕਾਰਾ ਪਾਓ, ਤੇ ਅਸੀਂ ਉਸ ਚੀਜ਼ ਦੇ ਵਿੱਚ ਫਸ ਜਾਂਦੇ ਹਾਂ। ਤੇ ਫਸ ਕੇ ਉਸ ਤੋਂ ਬਾਅਦ ਫਿਰ ਇੰਨਾ ਉਸ ਚੀਜ਼ ਦੇ ਵਿੱਚ ਦਲਦਲ ਦੇ ਵਿੱਚ ਫਸਦੇ ਜਾਂਦੇ ਹਾਂ ਕਿ ਸ਼ਾਇਦ ਹਜ਼ਾਰਾਂ ਰੁਪਏ, ਪਤਾ ਨਹੀਂ ਸਾਡੇ ਜਾਂ ਲੱਖਾਂ ਰੁਪਏ ਉਹਨਾਂ ਤਾਂਤਰਿਕਾਂ ਕੋਲੇ ਚਲੇ ਜਾਂਦੇ ਆ। ਤੇ ਹੁੰਦਾ ਕੀ ਆ? ਹੁੰਦਾ ਕੁਝ ਵੀ ਨਹੀਂ, ਸਿਰਫ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ, ਲੋਕਾਂ ਨੂੰ ਪਾਗਲ ਬਣਾਇਆ ਜਾਂਦਾ, ਲੋਕਾਂ ਤੋਂ ਪੈਸੇ ਜਿਹੜੇ ਆ ਉਹ ਲੁੱਟੇ ਜਾਂਦੇ ਆ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਦਾਂ ਦੇ ਵਹਿਮਾਂ ਭਰਮਾਂ ਤੋਂ ਲੋਕਾਂ ਨੂੰ ਦੂਰ ਰੱਖੀਏ। ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਇੱਕ ਨੌਜਵਾਨ ਜਿਹੜਾ ਉਹ ਬੈਠਾ ਆ, ਨਾਮ ਵਿਜੇ ਕੁਮਾਰ ਆ। ਤਾਂਤਰਿਕਾਂ ਦੇ ਵਿੱਚ ਵਿਜੇ ਕੁਮਾਰ ਫਸਦਾ ਆ, ਇਹਨਾਂ ਦੇ ਝਾਂਸੇ ਦੇ ਵਿੱਚ ਵਿਜੇ ਕੁਮਾਰ ਜਿਹੜਾ ਹੈ ਉਹ ਫਸਦਾ ਆ ਤੇ ਆਪਣੇ ਹਜ਼ਾਰਾਂ ਰੁਪਏ ਇਹਨਾਂ ਨੂੰ ਲੁਟਾ ਬੈਠਦਾ ਆ। ਪਰ ਮੈਂ ਬਾਈ ਦੀ ਦਾਤ ਦੇਣੀ ਚਾਹੂੰਗਾ, ਬਾਈ ਨੂੰ ਜਿਹੜਾ ਹੈਗਾ ਉਹ ਧੰਨਵਾਦ ਕਰਨਾ ਚਾਹੂੰਗਾ ਕਿ ਬਾਈ ਕਹਿੰਦਾ ਕਿ ਮੈਂ ਇਹਨਾਂ ਦਾ ਪਰਦਾਫਾਸ਼ ਕਰਨਾ ਆ। ਬਾਈ ਕਹਿੰਦਾ ਕਿ ਮੈਂ ਤਾਂ ਫਸ ਗਿਆ, ਪਰ ਮੈਂ ਲੋਕਾਂ ਨੂੰ ਦਿਖਾਉਣਾ ਹੈ ਕਿ ਭਾਈ ਮੈਂ ਤਾਂ ਆਪਦੇ ਹਜ਼ਾਰਾਂ ਰੁਪਏ ਬਰਬਾਦ ਕਰ ਲਏ, ਤੁਸੀਂ ਨਾ ਆਪਦੇ ਕਰਿਓ। ਹਾਲਾਂਕਿ ਬਾਈ ਇਹ ਵੀ ਕਹਿੰਦਾ ਕਿ ਯਾਰ ਮੇਰੇ ਪੈਸੇ ਮੋੜ ਦੇਣ, ਪਰ ਪੈਸੇ ਮੋੜਦੇ ਮਾੜਦੇ ਨਹੀਂ ਹੁੰਦੇ, ਇਸ ਚੀਜ਼ ਦੀ ਵੀ ਗਰੰਟੀ ਆ। ਅਸੀਂ ਇਹਨਾਂ ਤਾਂਤਰਿਕਾਂ ਨੂੰ ਲਾਈਵ ਫੋਨ ਵੀ ਲਾ ਕੇ ਦੇਖਾਂਗੇ, ਇਹਨਾਂ ਤਾਂਤਰਿਕਾਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤਾਂ ਜੋ ਭਾਈ ਤੁਸੀਂ ਇਹਨਾਂ ਦੇ ਵਿੱਚ ਨਾ ਫਸ ਸਕੋ। ਇਹ ਝੂਠੇ ਨੇ, ਇਹ ਫਰਾਡ ਨੇ, ਨਿਰਾਪੁਰਾ ਝੂਠ ਆ। ਸਭ ਤੋਂ ਪਹਿਲਾਂ ਵਿਜੇ ਦਾ ਸਵਾਗਤ ਕਰ ਲੈਂਦੇ ਹਾਂ, ਸਾਰੀ ਗੱਲਬਾਤ ਵੱਲ ਉਸ ਤੋਂ ਬਾਅਦ ਬੋਲਾਂਗੇ। ਵਿਜੇ ਬਾਈ ਸਵਾਗਤ ਆ RMB ਟੈਲੀਵਿਜ਼ਨ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਵਿਜੇ ਫਰੋਮ ਸ਼੍ਰੀ ਮੁਕਤਸਰ ਸਾਹਿਬ ਤੋਂ ਮੈਂ ਬੋਲ ਰਿਹਾ। ਮੈਂ ਕਹਿੰਦਾ ਕਿ ਜੋ ਆਪਣੇ ਇੰਸਟਾਗ੍ਰਾਮ ID, ਫੇਸਬੁੱਕ ID, ਨਿਊਜ਼ਪੇਪਰ ਦੇ ਉੱਤੇ ਜਿੰਨੇ ਵੀ ਤਾਂਤਰਿਕ ਹੈ, ਉਹਨਾਂ ਨੇ ਆਪਣੇ ਵੱਖ-ਵੱਖ ਸੁਝਾਅ ਲਿਖੇ ਹੁੰਦੇ ਆ ਕਿ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਕਰਵਾਓ, ਸਾਰਾ ਕੁਝ ਕਰੋ, ਮੈਂ ਤੁਹਾਨੂੰ ਇਸ ਟਾਈਮ 'ਤੇ ਲਿਖ ਕੇ ਦਿੰਦਾ ਕਿ ਤੁਹਾਡਾ ਕੰਮ 101% ਹੋ ਜਾਊਗਾ। ਠੀਕ ਹੈ। ਉਸ ਤੋਂ ਬਾਅਦ ਕੀ ਕਰਦੇ ਆ ਕਿ ਇਹਨਾਂ ਨੇ ਇੱਕ ਆਪਣੀ ਫੀਸ ਰੱਖੀ ਹੁੰਦੀ ਹੈ। ਅਲੱਗ-ਅਲੱਗ ਕੈਟਾਗਰੀ ਦੇ ਬੰਦੇ ਨੇ ਜਿਨ੍ਹਾਂ ਨੇ ਅਲੱਗ-ਅਲੱਗ ਫੀਸ ਰੱਖੀ ਜਾਂਦੀ ਹੈ। ਕਿਸੇ ਨੇ 750 ਰੱਖਿਆ, ਕਿਸੇ ਨੇ 2800 ਰੁਪਈਆ ਰੱਖਿਆ, ਕਿਸੇ ਨੇ 1500 ਰੁਪਈਆ ਰੱਖਿਆ। ਅਲੱਗ-ਅਲੱਗ ਫੀਸ ਰੱਖੀ ਹੁੰਦੀ ਹੈ। ਇਹਦੇ ਵਿੱਚ ਕੀ ਆ ਕਿ ਕਈ ਵਾਰੀ ਕੀ ਹੁੰਦਾ ਕਿ ਹੁਣ ਪੜ੍ਹੇ ਲਿਖੇ ਨੌਜਵਾਨ, ਕਈ ਵਾਰੀ ਉਹਨਾਂ ਦੇ ਇਹੋ ਜਿਹੀ ਸਥਿਤੀ ਆ ਜਾਂਦੀ ਹੈ ਕਿ ਉਹ ਆਪਣਾ ਆਪ ਖੋ ਬੈਠਦੇ ਆ, ਭੁੱਲ ਬੈਠਦੇ। ਜਿਵੇਂ ਕਿ ਮੈਂ ਆਪਦਾ ਸਾਰਾ ਕੁਝ ਖੋ ਕੇ, ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਇਹੋ ਜਿਹੀ ਦਲਦਲ 'ਚ ਫਸ ਜਾਊਂਗਾ। ਮੈਂ ਇਹਨਾਂ ਪਿੱਛੇ ਲੱਗ ਕੇ ਆਪਣੇ ਕਈ ਪੈਸੇ ਖਰਾਬ ਕਰਤੇ। ਕਿਉਂ ਕੀਤੇ? ਕਿਉਂਕਿ ਮੈਂ ਇੱਕ ਬੰਦੇ ਨੂੰ ਫੋਨ ਲਾਇਆ, ਉਸ ਬੰਦੇ ਨੇ ਮੇਰੇ ਤੋਂ ਕੁਝ ਪੈਸੇ ਮੰਗੇ। ਮੈਂ ਉਹਨਾਂ ਨੂੰ ਕੀ ਕੀਤਾ ਕਿ ਆਪਦੇ ਗੂਗਲ ਪੇ ਰਾਹੀਂ ਟ੍ਰਾਂਸਫਰ ਕਰਤੇ। ਉਸ ਤੋਂ ਬਾਅਦ ਕੀ ਹੁੰਦਾ ਕਿ ਉਹਨਾਂ ਨੇ ਮੈਨੂੰ 3 ਘੰਟਿਆਂ ਦਾ ਟਾਈਮ ਦਿੰਦੇ ਆ ਕਿ 3 ਘੰਟਿਆਂ ਦੇ ਵਿੱਚ ਤੁਹਾਨੂੰ ਸਾਰਾ ਕੁਝ, ਤੁਹਾਡਾ ਸਮਾਧਾਨ ਹੋ ਜਾਊਗਾ। ਚਾਹੇ ਉਹ ਵਸ਼ੀਕਰਨ ਹੈ, ਚਾਹੇ ਉਹ ਕੁਛ ਵੀ ਹੈ, ਹੱਲ ਕਰ ਦਾਂਗੇ, ਅਸੀਂ ਤੁਹਾਡਾ ਹੱਲ ਕਰ ਦਿਆਂਗੇ।
ਉਸ ਤੋਂ ਬਾਅਦ ਕੀ ਹੁੰਦਾ ਜੀ, ਇਹ ਜਦੋਂ 3 ਘੰਟੇ ਬਾਅਦ ਕਾਲ ਆਉਂਦੀ ਹੈ, ਉਹ ਉਸ ਤੋਂ ਬਾਅਦ ਕੀ ਕਰ ਰਿਹਾ ਕਿ ਉਹਨਾਂ ਦੇ ਉੱਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ। ਜਾਦੂ ਟੂਣਾ ਕਿਹਨਾਂ ਤੇ ਕੀਤਾ ਹੋਇਆ? ਜਿਨ੍ਹਾਂ ਨੂੰ ਮੈਂ ਵਸ਼ 'ਚ ਕਰਨਾ ਚਾਹੁੰਦਾ, ਜਾਂ ਮੈਂ ਕਿਸੇ ਨਾਲ ਵਸ਼ 'ਚ ਤੁਸੀਂ ਵਸ਼ੀਕਰਨ ਦਾ ਕੁਝ ਕਰਾ, ਜਿਵੇਂ ਬਸ ਚ ਕਰਨਾ ਚਾਹਣਾ ਕਿਸੇ ਨੂੰ ਕਰੋ। ਹਾਂ, ਕੋਈ ਵੀ ਮਤਲਬ ਕਿ ਮੈਂ ਆਪਦੇ ਕਾਰੋਬਾਰ ਰਾਹੀਂ ਉਹਨਾਂ ਤੋਂ ਕਰਵਾਇਆ ਸੀਗਾ, ਵਿੱਚ ਹੀ ਕੁਝ ਮੈਂ ਵਸ਼ੀਕਰਨ ਦਾ ਵੀ ਕਰਵਾਇਆ ਸੀਗਾ, ਬਟ ਮੈਨੂੰ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਮਿਲਿਆ। ਉਹਦੇ ਵਿੱਚ ਕੀ ਆ ਕਿ ਇਹ ਵਾਰੀ ਕਹਿਣਗੇ ਕਿ ਉਸ ਤੋਂ ਬਾਅਦ ਕਹਿਣਗੇ ਕਿ ਤੁਸੀਂ 4000 ਰੁਪਏ ਸੈਂਡ ਕਰੋ, ਤਾਂ ਤੁਸੀਂ 108 ਨਾਰੀਅਲ ਸੈਂਡ ਕਰੋ, 108 ਨਾਰੀਅਲ ਦੇ ਪੈਸੇ ਭੇਜੋ ਸਾਨੂੰ। ਉਸ ਤੋਂ ਬਾਅਦ ਤੁਹਾਡਾ ਪੂਰੀ ਲਾਈਫ ਟਾਈਮ ਤੁਹਾਡਾ ਸਾਰਾ ਕੁਝ ਸਹੀ ਰਹੂਗਾ। ਅੱਛਾ, ਇਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਗਾ, ਜੋ ਕਰਨਾ ਤੁਸੀਂ ਕਰੋ। ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਤੁਸੀਂ 50 ਰੁਪਏ ਦੇ ਹਿਸਾਬ ਨਾਲ ਨਾਰੀਅਲ ਦੇ ਪੈਸੇ ਦੇ ਦਿਓ। ਉਸ ਤੋਂ ਬਾਅਦ ਆ ਕਿ ਗੰਗਾ ਇਸ਼ਨਾਨ ਕਰਵਾ ਦਿਓ। ਗੰਗਾ ਇਸ਼ਨਾਨ ਮਤਲਬ ਚੱਲਦੇ ਪਾਣੀ ਦੇ ਵਿੱਚ ਸਿੱਟ ਦਿਓ, ਇਹਨਾਂ ਨੂੰ ਕੱਟ ਕੇ ਸਿੱਟ ਦਿਓ। ਚਲੋ ਜੀ, ਮੈਂ ਕੀ ਕੀਤਾ, ਮੈਂ ਚਲੋ ਦੇਖਿਆ, ਮੈਂ ਚਲੋ ਯਾਰ ਮੈਂ ਇਹਨਾਂ ਨੂੰ ਪੈਸੇ ਸੈਂਡ ਕਰ ਦਿੰਦਾ। ਪੈਸੇ ਸੈਂਡ ਕਰਨ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ। ਫਿਰ ਇਹ ਮੈਨੂੰ ਧਮਕੀਆਂ ਦਿੰਦੇ ਨੇ। ਉਸ ਤੋਂ ਬਾਅਦ 5 ਦਿਨਾਂ ਬਾਅਦ ਮੈਂ ਇਹਨਾਂ ਨੂੰ ਕਾਲ ਲਾਈ, ਮੈਨੂੰ ਇਹ ਧਮਕੀਆਂ ਦਿੰਦੇ ਨੇ ਕਿ ਮੈਂ ਤੇਰੀ ਲਾਈਫ ਬਰਬਾਦ ਕਰ ਦੂੰ, ਮੈਂ ਤੇਰੇ ਨਾਲ ਇਹ ਚੀਜ਼ ਕਰ ਦੂੰਗਾ, ਮੈਂ ਉਹ ਚੀਜ਼ ਕਰ ਦੂੰਗਾ। ਜਦੋਂ ਕਿ ਇਹ ਕਹਿ ਰਹੇ ਆ ਕਿ ਅਸੀਂ ਤੁਹਾਡਾ ਜਿੰਨੇ ਵੀ ਤੁਹਾਡੇ ਪੈਸੇ ਲੱਗੇ ਆ, ਅਸੀਂ ਸਾਰੇ ਤੁਹਾਡੇ ਪੈਸੇ ਵਾਪਿਸ ਕਰਾਂਗੇ। ਜਦੋਂ ਪੈਸੇ ਵਾਪਿਸ ਕਰਨ ਦੀ ਵਾਪਿਸ ਕਰਨੇ ਹੁੰਦੇ ਇਹਨਾਂ ਨੇ, ਫਿਰ ਇਹ ਉਸ ਤੋਂ ਬਾਅਦ ਧਮਕੀਆਂ ਦੇਣਾ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਤੁਹਾਨੂੰ ਤੇਰੀ ਲਾਈਫ ਬਰਬਾਦ ਕਰ ਦਿਆਂਗੇ, ਤੁਹਾਡਾ ਖਾਨਦਾਨ ਬਰਬਾਦ ਕਰ ਦਿਆਂਗੇ, ਤੁਹਾਡੇ ਬੱਚਿਆਂ ਨੂੰ ਇਹ ਚੀਜ਼ ਕਰਵਾ ਦਿਆਂਗੇ। ਪਰ ਮੈਂ ਨਹੀਂ ਚਾਹੁੰਦਾ ਕਿ ਦੇਖੋ, ਚਲੋ ਜੋ ਪੈਸੇ ਤਾਂ ਹੱਥ ਦੀ ਮੈਲ ਹੈ, ਚਲੋ ਜੋ ਚਲਾ ਗਿਆ ਸੋ ਚਲਾ ਗਿਆ। ਮੈਂ ਬਾਕੀ ਸਾਰਿਆਂ ਨੂੰ ਇਹ ਸਮਝਾਉਣਾ ਚਾਹੁੰਦਾ, ਜਿੰਨੇ ਵੀ ਕੋਈ ਵੀ ਐਡ ਆਉਂਦੀ ਹੈ, ਕੋਈ ਕੁਛ ਵੀ ਹੈ, ਚਾਹੇ ਉਹ TV 'ਤੇ ਐਡ ਆ ਰਹੀ ਹੈ ਵਸ਼ੀਕਰਨ ਦੀ, ਚਾਹੇ ਉਹ ਤੁਹਾਡੇ ਇੰਸਟਾਗ੍ਰਾਮ 'ਤੇ ਆ ਰਹੀ ਹੈ, ਚਾਹੇ ਫੇਸਬੁੱਕ 'ਤੇ ਆ ਰਹੀ ਹੈ, ਚਾਹੇ ਨਿਊਜ਼ਪੇਪਰ 'ਤੇ ਆ ਰਿਹਾ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਇਹਨਾਂ ਦੀ ਕੋਈ ਗੱਲਬਾਤ ਨਾ ਸੁਣੋ, ਕੋਈ ਕੁਛ ਨਾ ਕਰੋ। ਵੱਧ ਤੋਂ ਵੱਧ ਜੋ ਵੀ ਮੇਰੀ ਗੱਲ ਹੈ ਸਭ ਤੱਕ ਪਹੁੰਚਾਓ। ਤੇ ਕਿੰਨੇ ਹੁਣ ਤੱਕ ਕਿੰਨੇ ਕੁ ਰੁਪਏ, ਕਿੰਨੇ ਕੁ ਦੇਖੋ, ਮੈਂ 4 ਬੰਦਿਆਂ ਨਾਲ ਕੰਟੈਕਟ 'ਚ ਰਿਹਾ। ਮੈਂ ਕਿਉਂ ਦੁਬਾਰਾ ਕੰਟੈਕਟ 'ਚ ਰਿਹਾ? ਕਿਉਂਕਿ ਦੇਖੋ ਯਾਰ, ਮੈਂ ਇੱਕ ਨਾਲ ਫੋਨ ਤੇ ਗੱਲ ਕੀਤੀ, ਮੈਂ ਕਿਹਾ ਚਲੋ ਉਹ ਹੋ ਜਾਊਗਾ ਸਮਾਧਾਨ, ਬੜ ਨਹੀਂ ਹੋਇਆ। ਅਗਲੀ ਸਵੇਰ ਰਾਤ ਜਦੋਂ ਫਿਰ ਵੀ ਮਤਲਬ ਕਿ ਇਹ ਤਾਂ ਆਪਣਾ ਇੰਸਟਾਗ੍ਰਾਮ ਆ ਪਤਾ ਚਲਾਣੇ ਜਿਹਨਾਂ ਮੈਨੂੰ ਨਵਾਂ ਨੰਬਰ ਲੱਭਿਆ, ਉਹਨਾਂ ਤੋਂ ਮੈਂ ਨਵੇਂ ਨੰਬਰ 'ਤੇ ਫੋਨ ਲਾਇਆ। ਮੈਂ ਉਸ ਨਵੇਂ ਨੰਬਰ 'ਤੇ ਵੀ ਜਦੋਂ ਫੋਨ ਲਾਇਆ ਕਿ ਤੁਹਾਡਾ ਸਮਾਧਾਨ ਹੋ ਜਾਊਗਾ, ਪਰ ਨਹੀਂ ਹੋਇਆ। ਫਿਰ ਵੀ ਮੈਂ ਉੱਥੇ ਆਪਦਾ 8-10 ਹਜ਼ਾਰ ਰੁਪਏ ਖਰਾਬ ਕਰ ਲਿਆ। ਫਿਰ ਮੈਨੂੰ ਇਹ ਦੇਖਿਆ ਯਾਰ ਇਹ ਹੋ ਕੀ ਰਿਹਾ। ਮੈਂ ਪੈਸਿਆਂ ਦੀ ਬਿਨਾਂ ਪਰਵਾਹ ਕੀਤੇ ਹੋਏ ਮੈਂ ਤੀਸਰੇ ਬੰਦੇ ਨੂੰ ਫਿਰ ਕਾਲ ਲਾਈ, ਕੋਈ ਨਵੇਂ ਨੰਬਰ ਤੋਂ ਫੋਨ ਆਇਆ। ਫੋਨ ਨਹੀਂ ਆਇਆ ਕਿ ਇੰਸਟਾਗ੍ਰਾਮ 'ਤੇ ਮੈਂ ID ਦੇਖੀ, ID ਦੇ ਵਿੱਚ ਕੋਈ ਨੰਬਰ ਦੇਖਿਆ, ਮੈਂ ਦੇਖਿਆ ਦੂਸਰਾ ਨੰਬਰ ਆ, ਉਹਨਾਂ ਦੇ ਵਿੱਚ ਵੀ ਪੈਸਿਆਂ ਦੀ ਮੰਗ ਕੀਤੀ ਗਈ। ਉਹਨਾਂ ਨੇ ਉਹਦੇ ਵਿੱਚ ਵੀ ਕੀਤੀ ਹੈ, ਉਹਦੇ ਵਿੱਚ ਵੀ ਕੀਤੀ ਹੈ ਕਿ ਅਸੀਂ ਤੁਹਾਡਾ ਸਮਾਧਾਨ ਕਰਾਂਗੇ 2 ਘੰਟਿਆਂ ਦੇ ਵਿੱਚ। ਸਾਨੂੰ ਮੈਂ ਚਾਹੇ ਤੁਸੀਂ ਸਾਡੇ ਤੋਂ ਅਸ਼ਟਾਮ ਲਿਖਾ ਲਓ, ਚਾਹੇ ਕੁਛ ਲਿਖਾ ਲਓ। ਦੇਖੋ ਕੀ ਹੁੰਦਾ, ਕੀ ਕੰਮ ਹੁੰਦਾ ਵਿਸ਼ਵਾਸ ਦਾ। ਉਹ ਕਹਿੰਦੇ ਅਸੀਂ ਬੇਟਾ ਤੈਨੂੰ ਸਾਡੇ 'ਤੇ ਵਿਸ਼ਵਾਸ ਆ, ਤੈਨੂੰ ਸਾਡੇ 'ਤੇ ਵੀ ਹੋਣਾ ਚਾਹੀਦਾ ਵਿਸ਼ਵਾਸ, ਬਟ ਉਹਦੇ ਵਿੱਚ ਇਹੋ ਜਿਹੀ ਕੋਈ ਚੀਜ਼ ਨਹੀਂ ਹੋਈ। ਅੱਛਾ, ਅਸੀਂ ਜਿੰਨਾ ਵੀ ਪੈਸਾ ਬਰਬਾਦ ਕਰ ਚੁੱਕਿਆ, ਮੈਂ 15 ਤੋਂ 20 ਹਜ਼ਾਰ ਰੁਪਇਆ ਬਰਬਾਦ ਕਰ ਚੁੱਕਿਆ। ਮੈਂ ਕਿਉਂ ਬਰਬਾਦ ਕੀਤਾ? ਮੈਨੂੰ ਪੈਸੇ ਦੀ ਕੋਈ ਦਿੱਕਤ ਨਹੀਂ। ਪੈਸਾ ਬਰਬਾਦ ਕੀਤਾ ਕਿ ਮੈਂ ਲੋਕਾਂ ਦੀਆਂ ਅੱਖਾਂ ਖੋਲਾਂ। ਮੈਂ ਇਸ ਲਈ ਇਹ ਸਟੂਡੀਓ 'ਚ ਆਇਆ ਕਿਉਂਕਿ ਮੇਰਾ ਦਿਲ ਨਹੀਂ ਮੰਨ ਰਿਹਾ ਸੀਗਾ, ਮੇਰਾ ਦਿਲ ਬਿਲਕੁਲ ਨਹੀਂ ਮੰਨ ਰਿਹਾ। ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀਗਾ ਕਿ ਮੈਂ ਇਹਨਾਂ ਦੀ ਗੱਲ ਕਿਵੇਂ ਕਿਸੇ ਤਰ੍ਹਾਂ ਪਹਿਚਾਣੀ ਜ਼ਰੂਰ ਜਾਣਾ। ਮੈਨੂੰ ਮੈਂ RMB ਟੈਲੀ ਦਾ ਧੰਨਵਾਦ ਕਰਦਾ। ਮੈਂ ਇਹਨਾਂ ਦਾ ਨੰਬਰ ਲਿੱਤਾ ਸੀਗਾ ਆਪਣੇ YouTube ਤੋਂ। ਭਾਈ ਸਾਹਿਬ ਨਾਲ ਗੱਲ ਕੀਤੀ, ਇਹਨਾਂ ਨੇ ਕਿਹਾ ਕਿ ਸਾਡੇ ਕੋਲ ਆ ਜਾਓ ਅਤੇ ਅਸੀਂ ਤੁਹਾਡੀ ਆਵਾਜ਼ ਉਹਨਾਂ ਤੱਕ ਚਾਹੇ ਮੈਨੂੰ ਕੋਈ ਪੈਸੇ ਮਿਲਣ ਨਾ ਮਿਲਣ, ਪਰ ਮੈਂ ਅਗਲੀ ਵਾਰ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦਾ, ਭਰਾਵੋ ਮੇਰੀ ਤਰ੍ਹਾਂ ਲੱਗ ਕੇ ਕੋਈ ਵਸ਼ੀਕਰਨ ਹੋਵੇ, ਕੋਈ ਕਿਸੇ ਚੀਜ਼ ਦੀ ਐਡ ਹੋਵੇ, ਕੋਈ ਕੁਛ ਵੀ ਹੋਵੇ, ਤੁਸੀਂ ਕਿਸੇ ਦੇ ਝਾਂਸੇ 'ਚ ਨਹੀਂ ਆਉਣਾ, ਕਿਉਂਕਿ ਇਹ ਸਭ ਕੁਛ ਫਰੋਡ ਹੈ। ਪਿਆਰ ਦੇ ਝਾਂਸੇ 'ਚ ਦੇ ਕੇ ਤੁਹਾਨੂੰ ਲੱਖਾਂ ਰੁਪਏ ਦੀ ਲੁੱਟ ਹੋ ਰਹੀ ਹੈ। ਚਾਹੇ ਮੇਰੇ ਨਾਲ ਲੱਖਾਂ ਰੁਪਏ ਦੀ ਲੁੱਟ ਹੋਈ, ਚਾਹੇ ਲੁੱਟ 5000 ਦੀ ਹੈ, ਲੁੱਟ ਤਾਂ ਲੁੱਟ ਹੀ ਹੈ। ਪੈਸਾ ਜਦੋਂ ਜੇਬ 'ਚੋਂ ਜਾਂਦਾ ਨਾ, ਉਦੋਂ ਪਤਾ ਸਾਨੂੰ ਇੱਕ ਦਿਹਾੜੀਦਾਰ ਬੰਦਾ ਕਿਵੇਂ ਪੈਸੇ ਆਪਦੇ ਕਮਾਉਂਦਾ। ਇੱਕ ਚੀਜ਼ ਹੋਰ ਦੱਸੋ ਵੀ, ਜਿਵੇਂ ਦੱਸਿਓ ਜਿਵੇਂ ਹੁਣ ਤੁਸੀਂ ਪੜ੍ਹੇ ਲਿਖੇ ਹੋ, ਪਰ ਤਾਂ ਜਦ ਇਹ ਨਹੀਂ ਹੈ ਜਦੋਂ ਬੰਦਾ ਪੜ੍ਹਿਆ ਲਿਖਿਆ ਹੁੰਦਾ, ਦੀਨ ਦੁਨੀਆ ਦੇ ਵਿੱਚ ਵਿਚਰਦਾ, ਕੋਈ ਅਨਪੜ੍ਹ ਹੋਵੇ ਜਾਂ ਕੋਈ ਪਛੜਿਆ ਹੋਇਆ ਹੋਵੇ, ਆਪਾਂ ਚਾਹੁੰਦੇ ਕਿ ਯਾਰ ਇਹਨੂੰ ਵਿਚਾਰ ਨੂੰ ਦੀਨ ਦੁਨੀਆ ਦਾ ਪਤਾ ਨਹੀਂ, ਇਹ ਵਿਚਰਿਆ ਨਹੀਂ, ਤਾਂ ਕਰਕੇ ਝਾਂਸੇ 'ਚ ਫਸ ਗਿਆ। ਤੁਸੀਂ ਇੱਦਾਂ ਕਿਵੇਂ ਫਸ ਗਏ ਝਾਂਸੇ 'ਚ? ਦੇਖੋ ਵੱਡੇ ਵੀਰ ਜੀ, ਪੰਜਾਬੀ 'ਚ ਹੀ ਕਹਿਣ ਲੱਗਿਆ ਕਿ ਜਦੋਂ ਕਿਸੇ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਨਾ, ਉਹ ਚਾਹੇ ਕਿੰਨਾ ਵੀ ਐਜੂਕੇਟਡ ਹੋਵੇ, ਚਾਹੇ ਕਿੰਨਾ ਵੀ ਪ੍ਰੋਫੈਸ਼ਨਲ ਬੰਦਾ ਹੋਵੇ,
वो इस चांचे से फंसूगा ही फंसूगा, क्योंकि ਉਹਨੂੰ नहीं पता लगता कि मैं यार ਇੰਨੇ ਪੈਸੇ ਬਰਬਾਦ ਕਰ ਰਿਹਾ। ਉਸ ਟਾਈਮ ਬੰਦੇ ਦੇਖੋ, ਉਸ ਟਾਈਮ ਕੀ ਹੁੰਦਾ ਕਿ ਬੰਦੇ ਦੇ ਕੋਲੇ ਚਾਹੇ ਪੈਸੇ ਨਹੀਂ ਹੋਣ, ਚਾਹੇ ਬੰਦੇ ਨੂੰ ਪੈਸੇ ਉਧਾਰੇ ਫੜਨੇ ਪੈਣ, ਚਾਹੇ ਉਹ ਕਿੱਡਾ ਵੀ ਐਜੂਕੇਟਡ ਬੰਦਾ, ਚਾਹੇ ਮੈਂ ਹੀ ਹਾਂ ਐਜੂਕੇਟਡ ਬੰਦਾ, ਕਿਸੇ ਤੋਂ ਵੀ ਪੈਸੇ ਫੜਨੇ ਪੈਣ, ਜਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਨਾ, ਉਹ ਇਹ ਨਹੀਂ ਦੇਖਦਾ ਕਿ ਮੈਂ 50,000 ਰੁਪਈਆ ਕਿਸੇ ਤੋਂ ਫੜ ਕੇ ਮੈਂ ਇਹਨਾਂ ਨੂੰ ਦੇ ਰਿਹਾ। ਉਹ ਬੰਦਾ ਉਦੋਂ ਮੈਂ ਆਪਣੇ ਆਪ 'ਤੇ ਇਹ ਨਹੀਂ ਦੇਖ ਰਿਹਾ ਸੀਗਾ ਕਿ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਮੇਰੇ ਕੋਲ ਮੈਂ ਹੁਣ ਦਊਂ ਕਿੱਥੋਂ। ਮੈਂ ਹੁਣ 50,000 ਰੁਪਏ ਲੋਕਾਂ ਤੋਂ ਫੜਿਆ, ਮੈਂ ਇਹ ਨਹੀਂ ਸੋਚਿਆ ਕਿ ਯਾਰ ਮੈਂ ਕਰਜ਼ਾਈ ਹੋ ਗਿਆ, ਪਰ ਮੈਂ ਕਰਜ਼ਾਈ ਹੋਇਆ। ਤਾਂ ਇਹ ਲੱਗਦਾ ਵੀ ਮੇਰਾ ਹੱਲ ਹੋ ਜੂ, ਚੱਲ ਮੇਰਾ ਹੱਲ ਹੋ ਜਾਊਗਾ, ਪਰ ਮੇਰਾ ਹੱਲ ਕੋਈ ਵੀ ਨਹੀਂ ਹੋਇਆ। ਤੇ ਪੈਸੇ ਇੱਕ ਗੱਲ ਹੋਰ ਦੱਸਿਓ, ਜਦੋਂ ਇਹ ਸਾਰਾ ਤੰਤਾ ਬੰਤਾ ਚੱਲਿਆ, ਤੁਹਾਨੂੰ ਪਤਾ ਲੱਗ ਗਿਆ ਕਿ ਭਾਈ ਫਰਾਡ ਆ ਸਾਰਾ ਕੁਝ, ਪਹਿਲਾਂ ਇੱਕ ਫਰਾਡ, ਫਿਰ ਦੂਜਾ ਫਰਾਡ, ਫਿਰ ਤੀਜਾ, ਮਨ ਪਹਿਲਾਂ ਇੱਕ ਤੋਂ ਨਹੀਂ ਤੁਹਾਡਾ ਭਰਿਆ ਵੀ ਯਾਰ ਇੱਕ ਫਰਾਡ ਆ, ਸਾਰੇ ਫਰਾਡ ਹੀ ਹੋਣਗੇ? ਦੇਖੋ, ਹਾਂ, ਬਹੁਤ ਵਧੀਆ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ। ਦੇਖੋ ਕੀ ਹੈ ਕਿ ਮੈਂ ਆਪਣੇ ਛੋਟੇ ਵੀਰਾਂ ਨੂੰ, ਜਿੰਨੇ ਵੀ ਕੁਛ ਵੀ ਦੇਖ ਰਹੇ ਆ, ਉਹਨਾਂ ਨੂੰ ਮੈਂ ਸਮਝਾਉਣ ਦੀ ਖਾਤਰ, ਆਪਣਾ ਸੈਟਿਸਫਾਈ ਕਰਨ ਦੀ ਖਾਤਰ, ਕਿ ਮੈਂ ਇਸ ਮਤਲਬ ਕਿ ਚੈਨਲ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਮਤਲਬ ਪਹਿਲਾਂ ਇੱਕ ਮੈਂ ਹਾਂ ਪਰਤਿਆ ਕੇ ਦੇਖਿਆ, ਉਸ ਤੋਂ ਅਗਲੀ ਵਾਰ ਵੀ ਮੈਂ ਪਰਤਿਆ ਕੇ ਦੇਖਿਆ, ਤੀਸਰੀ ਵਾਰ ਫਿਰ ਪਰਤਿਆ ਕੇ ਦੇਖਿਆ, ਫਿਰ ਮੈਂ ਦੇਖਿਆ ਨਹੀਂ ਯਾਰ, ਮੈਂ ਨਾ ਜਿੰਨੇ ਵੀ ਪੰਜਾਬ ਦੇ ਲੋਕ ਆ, ਚਾਹੇ ਬਾਹਰ ਦੇ ਭਾਵੇਂ ਅੰਦਰ ਦੇ, ਸਾਰਿਆਂ ਨੂੰ ਸਮਝਾਉਣਾ ਚਾਹੁੰਦਾ ਕਿ ਮੇਰਾ ਤਾਂ ਪੈਸਾ ਯਾਰ ਲੁੱਟ ਹੋ ਗਿਆ। ਮੈਂ ਇਹਨਾਂ ਨੂੰ ਪਰਤਿਆਉਣਾ ਚਾਹੁੰਦਾ ਸੀਗਾ ਕਿ ਯਾਰ ਮੈਂ ਵੀ ਕਰਵਾ ਕੇ ਦੇਖਾਂ ਲੋਕਾਂ 'ਤੇ ਯਾਰ, ਕਿ ਮੈਂ ਕਿਹੋ ਜਿਹੀ ਚੀਜ਼ ਆ ਜਿਹੜੀ ਉਹ ਉੱਥੇ ਬੰਦੇ ਬੈਠੇ ਹੀ ਯਾਰ ਹਜ਼ਾਰਾਂ, ਮਤਲਬ ਕਿ 100 ਰੁਪਏ ਵਿੱਚ 1500 2000 ਰੁਪਏ ਵਿੱਚ ਇਹੋ ਜਿਹੇ ਕੰਮ ਕਰ ਦਿੰਦੇ ਆ ਯਾਰ, ਕਾਲਾ ਜਾਦੂ ਕਰ ਦਿੰਦੇ ਆ ਯਾਰ। ਇਹ ਕਿਹੋ ਜਿਹੀ ਚੀਜ਼ ਆ ਗਈ? ਤੇ ਨਵੇਂ ਬੰਦੇ ਯਾਰ, ਮੰਨ ਲਓ ਇਹਦੀ ਅੱਜ ਮੈਂ ਤਾਂ ਵਿਚਰਿਆ ਕਿ ਅਗਲੇ ਬੰਦੇ ਨੂੰ ਤਾਂ ਮੈਂ ਫੋਨ ਲਾਇਆ, ਮੈਂ ਦੇਖਿਆ ਯਾਰ ਪਹਿਲੇ ਬੰਦੇ ਨੇ 1590 ਰੁਪਏ ਮੰਗੇ, ਦੂਸਰੇ ਬੰਦੇ ਨੇ 750 ਰੁਪਈਆ ਮੰਗਿਆ, ਯਾਰ ਤੀਸਰੇ ਨੇ 2200 ਮੰਗਿਆ। ਸਾਲਾ ਰੌਲਾ ਕਿੱਥੇ ਪੈਂਦਾ ਪਿਆ ਇਹ? ਕਿ ਮੈਂ ਇਹ ਚੀਜ਼ ਚੈੱਕ ਕਰਨਾ ਚਾਹੁੰਦਾ ਸੀਗਾ। ਤੇ ਇੱਕ ਚੀਜ਼ ਹੋਰ ਦੱਸਿਓ, ਫਿਰ ਜਦੋਂ ਚਲੋ ਕੰਮ ਨਹੀਂ ਹੋਇਆ, ਠੀਕ ਆ, ਤੁਹਾਡਾ ਮਨ ਵੀ ਭਰ ਗਿਆ, ਤੁਹਾਨੂੰ ਪਤਾ ਲੱਗ ਗਿਆ ਕਿ ਯਾਰ ਸਾਰਾ ਕੁਝ ਜਿਹੜਾ ਹੈਗਾ ਇਹ ਫਰਾਡ ਆ, ਉਦੋਂ ਬਾਅਦ ਤੁਸੀਂ ਪੈਸੇ ਵਾਪਸ ਮੰਗੇ ਕਿ ਭਾਈ ਮੇਰਾ ਕੰਮ ਨਹੀਂ ਹੋਇਆ, ਮੈਨੂੰ ਪੈਸੇ ਜਿਹੜੇ ਤੁਸੀਂ ਵਾਪਸ ਕਰ ਦਿਓ, ਚਲੋ ਠੀਕ ਆ, ਤੁਸੀਂ ਚਾਂਸੇ 'ਚ ਫਸ ਗਏ ਜਿਵੇਂ ਵੀ ਆ, ਹਾਲਾਂਕਿ ਗਲਤੀ ਸਭ ਤੋਂ ਵੱਡੀ ਤਾਂ ਤੁਹਾਡੀ ਆ, ਹਾਂ ਤੁਹਾਡੀ ਹੈ ਨਾ, ਪਰ ਤੁਸੀਂ ਉਸ ਤੋਂ ਬਾਅਦ ਪੈਸੇ ਵਾਪਸ ਇਹਨਾਂ ਤੋਂ ਮੰਗੇ? ਮੈਂ ਉਹਨਾਂ ਤੋਂ ਪੈਸੇ ਮੰਗੇ ਵਾਪਸ। ਦੇਖੋ, ਮੈਂ 3-4 ਵਾਰੀ ਪੈਸੇ ਵਾਪਸ ਮੰਗੇ, ਅਤੇ ਮੈਂ ਕਾਲ ਵੀ ਕੀਤੀ ਉਹਨਾਂ ਨੂੰ। ਉਹ ਜਦੋਂ ਮੈਂ ਪੈਸੇ ਮੰਗ ਦੀ ਗੱਲ ਕੀਤੀ ਹੈ, ਉਹ ਝੂਠ ਬੋਲ ਦਿੰਦੇ ਆ ਕਿ ਸਾਡਾ ਇੱਕ ਗੁਰੂ ਆ, ਉਹਨੂੰ ਹਾਰਟ ਅਟੈਕ ਹੋ ਗਿਆ, ਠੀਕ ਹੈ, ਉਹ ਮਰ ਗਏ ਨੇ, ਉਸ ਤੋਂ ਬਾਅਦ ਅਸੀਂ ਤੁਹਾਨੂੰ 3 ਮਹੀਨਿਆਂ ਦਾ ਟਾਈਮ ਦਿੰਦੇ ਹਾਂ, 3 ਮਹੀਨਿਆਂ ਦੇ ਵਿੱਚ ਹੀ ਤੁਹਾਨੂੰ ਪੈਸੇ ਵਾਪਸ ਸਾਰੇ ਮੈਂ ਦੇ ਦੂੰਗਾ, ਠੀਕ ਹੈ। ਮੈਂ ਉਹਨਾਂ ਨੂੰ ਕਿਹਾ 3 ਮਹੀਨਿਆਂ ਤੱਕ ਦੇ ਦੂੰਗਾ। ਦੂਸਰਾ ਕਹਿੰਦਾ ਯਾਰ ਮੈਂ ਤੁਹਾਨੂੰ, ਜਦੋਂ ਦੂਸਰੇ ਵਾਲੇ ਤੋਂ ਮੈਂ ਪੈਸੇ ਮੰਗੇ, ਉਹਨਾਂ ਨੇ ਮੈਨੂੰ 5 ਦਿਨ ਦਾ ਟਾਈਮ ਦੇ ਦਿੱਤਾ। ਜਦੋਂ ਮੈਂ ਤੀਸਰੇ ਤੋਂ ਪੈਸੇ ਮੰਗੇ, ਉਹਨਾਂ ਨੇ ਮੈਨੂੰ ਹਫ਼ਤੇ ਦਾ ਟਾਈਮ ਦਿੱਤਾ। ਜਦੋਂ ਮੈਂ ਉਹਨਾਂ ਤੋਂ ਦੁਬਾਰਾ ਫਿਰ ਪੈਸਿਆਂ ਦੀ ਮੰਗ ਕੀਤੀ, ਅੱਜ ਕੀਤੀ, ਅਤੇ ਮੈਨੂੰ ਉਹਨਾਂ ਨੇ ਡਰਾਇਆ ਧਮਕਾਇਆ। ਉਹ ਕਹਿ ਰਹੇ ਆ ਮੈਂ ਜੋ ਮਰਜ਼ੀ ਕਰ ਲਓ, ਸਾਡੇ ਕੋਲ ਪੈਸੇ ਹੈ ਨਹੀਂ, ਅਸੀਂ ਤੁਹਾਨੂੰ ਪੈਸੇ ਵਾਪਸ ਨਹੀਂ ਦੇਣੇ, ਤੁਸੀਂ ਜੋ ਮਰਜ਼ੀ ਕਰ ਲਓ, ਕਹਿੰਦੇ ਜੋ ਮਰਜ਼ੀ ਕਰ ਲਓ, ਅਸੀਂ ਤੁਹਾਨੂੰ ਪੈਸੇ ਵਾਪਸ ਨਹੀਂ ਦੇਣੇ, ਜਿਹੜਾ ਕੋਈ ਮਰਜ਼ੀ ਕਰੋ, ਪੈਸੇ ਵਾਪਸ ਅਸੀਂ ਦੇਣੇ ਨਹੀਂ। ਪਹਿਲਾਂ ਤਾਂ ਇਹ ਲੋਕਾਂ ਨੂੰ ਕਹਿ ਦਿੰਦੇ ਕਿ ਹਾਂ ਵੀ ਜੇ ਤੁਹਾਡਾ ਕੰਮ ਹੁੰਦਾ ਠੀਕ ਹੈ, ਨਹੀਂ ਹੁੰਦਾ ਉਸ ਤੋਂ ਬਾਅਦ ਤੁਹਾਨੂੰ ਪੈਸੇ ਵਾਪਸ ਦੇ ਦਿੰਦੇ ਆ। ਜਦੋਂ ਮੇਰੀ ਕੱਲ੍ਹ ਮਤਲਬ ਅੱਜ ਤੋਂ 4 ਦਿਨ ਪਹਿਲਾਂ ਇੱਕ ਤਾਂਤਰਿਕ, ਜਿਸ ਦਾ ਨਾਂ ਕਬੀਰ ਜੀ ਹੈ, ਉਹਨਾਂ ਨਾਲ ਮੇਰੀ ਗੱਲ ਹੋਈ। ਉਹਨਾਂ ਨੂੰ ਮੈਂ ਫੋਨ ਕੀਤਾ, ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਮੈਨੂੰ ਪੈਸੇ ਦੇ ਦਿਓ, ਦੇਖੋ ਤੁਸੀਂ ਮੇਰੇ ਨਾਲ ਕਿਹਾ ਸੀਗਾ ਕਿ ਤੁਹਾਨੂੰ ਇੰਨੇ ਦਿਨਾਂ 'ਚ ਪੈਸੇ ਵਾਪਸ ਦੇ ਦਾਂਗੇ। ਦੇਖੋ ਉਹਨਾਂ ਨੇ ਮੈਨੂੰ ਪਤਾ ਕੀ ਗੱਲ ਕਹੀ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਬੇਟਾ ਅਗਰ ਤੂੰ ਕੰਮ ਕਰਵਾਉਣਾ ਚਾਹੁੰਦਾ, ਅਸੀਂ ਤੇਰਾ ਕੰਮ ਕਰ ਸਕਦੇ ਹਾਂ। ਅੱਛਾ। ਮੈਂ ਹਾਂ ਜੀ, ਦੇਖੋ ਤੁਸੀਂ ਮੈਨੂੰ ਤਾਂ ਕਿਹਾ ਸੀਗਾ ਪੈਸੇ ਵਾਪਸ ਕਰ ਦਿਆਂਗੇ, ਹੁਣ ਤੁਸੀਂ ਦੱਸੋ ਕੀ ਕਹਿੰਦੇ, ਕੰਮ ਕਰਾਉਣਾ ਕਿ ਪੈਸੇ ਵਾਪਸ? ਯਾਰ ਚਲੋ ਪੈਸੇ ਤਾਂ ਚਲੋ ਚਲੇ ਗਏ ਆ, ਮੈਂ ਤੁਸੀਂ ਐਂ ਕਰੋ, ਮੈਨੂੰ ਮੇਰੇ ਕੰਮ ਕਰ ਦਿਓ, ਦੁਬਾਰੇ ਪਰਤ ਕੇ ਦੇ। ਮੈਂ ਹਾਂ ਤੁਸੀਂ ਮੇਰਾ ਕੰਮ ਕਰ ਦਿਓ, ਮੈਂ ਤੁਹਾਨੂੰ ਪੈਸੇ ਦੇ ਦੂੰਗਾ। ਸੌਰੀ, ਤੁਸੀਂ ਮੈਨੂੰ ਪੈਸੇ ਨਾ ਦਿਓ, ਤੁਸੀਂ ਮੇਰਾ ਕੰਮ ਕਰ ਦਿਓ। ਮੈਂ ਚਲੋ ਦੱਸੋ ਕਿੰਨੇ ਦਿਨਾਂ 'ਚ ਕੰਮ ਕਰੋਗੇ? ਉਹ ਕਹਿੰਦੇ ਤੁਸੀਂ ਮੈਨੂੰ 3 ਘੰਟਿਆਂ ਦਾ ਟਾਈਮ ਦੇ ਦਿਓ। ਮੈਂ ਹਾਂ 3 ਘੰਟਿਆਂ ਦਾ ਟਾਈਮ? ਮੈਂ ਚਲੋ ਜੀ ਯਾਰ, ਮੈਂ ਤੁਹਾਡੇ ਕੋਲ 3 ਘੰਟਾ ਟਾਈਮ ਦੇਤਾ, ਮੈਂ ਕੱਲ੍ਹ ਨੂੰ ਮੈਂ ਕਿੰਨੇ ਵਜੇ ਫੋਨ ਕਰਾਂ? ਤੁਸੀਂ ਮੈਨੂੰ 3 ਘੰਟੇ ਦਾ ਟਾਈਮ ਦੇਤਾ, ਮੈਂ ਕੱਲ੍ਹ ਨੂੰ ਕਿੰਨੇ ਵਜੇ ਫੋਨ ਕਰਾਂ? ਉਹ ਕਹਿੰਦੇ 12 ਵਜੇ ਫੋਨ ਕਰ ਲਈ। ਮੈਂ ਹਾਂ ਚਲੋ ਠੀਕ ਹੈ, ਓਕੇ। ਮੈਂ ਤੁਸੀਂ ਮੇਰਾ ਕੰਮ ਕਰ ਦਿਓ, ਪੈਸੇ ਨਾ ਦਿਓ ਮੈਨੂੰ, ਮੈਂ ਤਾਂ ਕੰਮ ਕਰਾਉਣ ਪਿੱਛੇ ਪੈਸੇ ਦਿੱਤੇ ਸੀ, ਤੁਸੀਂ ਮੈਨੂੰ ਪੈਸੇ ਨਾ ਦਿਓ। ਉਹਨਾਂ ਨੇ ਗੁਰੂ ਜੀ, ਜਦੋਂ ਮੈਂ ਮਤਲਬ ਕਿ ਅਗਲੇ ਦਿਨ 12 ਵਜੇ ਫੋਨ ਕੀਤਾ, 12 ਕਿ 12:30 ਹੀ ਵੱਜ ਗਏ ਸੀਗੇ। ਮੈਂ ਫੋਨ ਲਾ ਕੇ ਤਾਂ ਦੇਖਾਂ, ਜਦੋਂ ਮੈਂ ਉਹਨਾਂ ਦਾ ਫੋਨ ਲਾਇਆ, ਉਹਨਾਂ ਨੇ ਮੈਨੂੰ ਇੱਕ ਤਾਂ ਸਿੱਧਾ ਬਲੌਕ 'ਚ ਛੱਡਤਾ।
ठीक है सारा कुछ उन्होंने ब्लॉक च पाता मेरा। फिर की होया कि टेस्ट मैसेज रही जो मैं मैसेज किए, ठीक है टेस्ट मैसेज रही जो मैसेज किए वो कहते यार जो मर्जी कर लियो ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ, ਪੈਸੇ ਵਾਪਸ ਨਹੀਂ ਦਿੰਦੇ। ਪੈਸੇ ਵਾਪਸ ਨਹੀਂ ਦੇਣੇ। ਜੇ ਪੈਸੇ ਵਾਪਸ ਮੈਨੂੰ ਉਸ ਤੋਂ ਬਾਅਦ ਇਹ ਵੀ ਕਹਿ ਰਿਹਾ ਕਹਿੰਦੇ ਕਾਕਾ ਯਾਰ ਜਦੋਂ ਮੈਂ ਤੈਨੂੰ ਕਹਿ ਦਿੱਤਾ, ਜਦੋਂ ਮੈਂ ਤੈਨੂੰ ਕਹਿ ਦਿੱਤਾ ਕਿ ਯਾਰ ਜਦੋਂ ਮੈਂ ਤੁਹਾਨੂੰ ਟਾਈਮ ਪੀਰੀਅਡ ਦੇ ਦਿੱਤਾ 3 ਮਹੀਨਿਆਂ ਦਾ, 3 ਮਹੀਨੇ 'ਚ ਦੇਵਾਂਗੇ ਫਿਰ ਤੂੰ ਫੋਨ ਕਰ ਕਰਕੇ ਪਰੇਸ਼ਾਨ ਕਿਉਂ ਕਰ ਰਿਹਾ। ਮੈਂ ਯਾਰ ਤੁਸੀਂ ਤਾਂ ਮੈਂ ਤਾਂ ਤੁਹਾਨੂੰ 1 ਮਿੰਟ 'ਚ ਦੇ ਦੇ, ਤੁਸੀਂ ਮੈਨੂੰ 3 ਮਹੀਨੇ ਦਾ ਘੰਟਿਆਂ ਦਾ ਕੰਮ ਕਿਉਂ ਦੇ ਰਹੇ ਹੋ, ਟਾਈਮ ਕਿਉਂ ਦੇ ਰਹੇ ਹੋ ਕਿ ਤੁਸੀਂ ਮੈਂ ਤੁਹਾਨੂੰ 3 ਘੰਟਿਆਂ ਦੇ ਵਿੱਚ ਸੌਰੀ 3 ਮਹੀਨੇ 'ਚ ਦਊਂਗਾ, ਤੂੰ ਮੇਰਾ ਰਿਸ਼ਤੇਦਾਰ ਥੋੜੀ लगता। फिर उन्होंने कहता बेटा मेरे पास तो यार अब पैसे नहीं है, होगा तो 3 महीने बाद ही होगा, थोड़ करके दे दूंगा, मेरे गुरु जी बीमार बैठे हैं। ये 3 ਬੰਦਿਆਂ ਨੂੰ ਜਦੋਂ ਵੀ ਮੈਂ ਇਹਨਾਂ ਨੂੰ ਫੋਨ ਲਾਇਆ ਇਹਨਾਂ ਦੇ ਗੁਰੂ ਜੀ ਬਿਮਾਰ ਕਿਉਂ ਹੁੰਦੇ ਨੇ, ਮੈਂ ਤਾਂ ਕਰਕੇ ਅਗਲੇ ਬੰਦੇ ਨਾਲ ਕਾਲ ਕੀਤੀ, ਤਾਈਆਂ ਕਰ ਉਸ ਤੋਂ 3 ਬੰਦਿਆਂ ਨੂੰ ਮੈਂ ਕਾਲ ਕਰ ਰਹੀ, 4 ਬੰਦਿਆਂ ਨਾਲ ਕਾਲ ਕਰ ਲਈ ਜੋ ਵੀ ਕਿਸੇ ਮੰਨ ਲਓ ਮੁਸਲਿਮ ਧਰਮ ਦੇ ਲੋਕ ਨੇ, ਠੀਕ ਹੈ। ਮੈਂ ਉਹਨਾਂ ਨੂੰ ਐ ਗਾਲਾਂ ਚੋਲ ਕੁਝ ਵੀ ਨਹੀਂ ਕਰ ਰਿਹਾ, ਬਟ ਮੈਂ ਦੱਸ ਰਿਹਾ ਉਹਨਾਂ ਨੂੰ ਜੋ ਵੀ ਉਹ ਕਰ ਰਹੇ ਸੀਗੇ। ਜਿਹੜੇ ਅਸੀਂ ਆਪਾਂ ਇਹਨੂੰ ਪਖੰਡੀ ਕਹਿ ਸਕਦੇ ਹਾਂ ਕਿ ਜਿਹੜੇ ਪਖੰਡੀ ਹੁੰਦੇ ਨੇ, ਜਿਵੇਂ ਬਾਈ ਨੇ ਚਲੋ ਠੀਕ ਆ ਪਹਿਲੀ ਵਾਰ ਕੈਮਰੇ ਅੱਗੇ ਨੇ, ਕਈ ਵਾਰ ਗੱਲ ਜਿਹੜੀ ਆ ਉਹ ਨਹੀਂ ਆਉਂਦੀ। ਜਿਹੜੇ ਪਖੰਡੀ ਹੁੰਦੇ ਨੇ, ਅਸੀਂ ਗੱਲ ਉਹਨਾਂ ਪਖੰਡੀਆਂ ਦੀ ਕਰ ਰਹੇ ਹਾਂ ਕਿਉਂਕਿ ਇਹ ਇਹਨਾਂ ਦੇ ਨਾਲ ਭੁਗਤ ਆ, ਇਹਨਾਂ ਦੇ ਨਾਲ ਹੋਇਆ ਵਿਜੇ ਕੁਮਾਰ ਦੇ ਨਾਲ। ਹੁਣ 3 ਤਾਂਤਰਿਕਾਂ ਦੀ ਜਿਹੜੀ ਆ ਇਹਨਾਂ ਨੇ ਗੱਲ ਕੀਤੀ ਆ। ਸਭ ਤੋਂ ਪਹਿਲਾਂ ਮੈਂ ਉਹ ਤਸਵੀਰਾਂ ਟੀਵੀ ਸਕਰੀਨ ਤੇ ਤੁਹਾਨੂੰ ਜ਼ਰੂਰ ਦਿਖਾ ਦੇਵਾਂ 3 ਤਾਂਤਰਿਕ ਕਿਹੜੇ ਨੇ। ਇਹਦਾ ਫੇਸਬੁੱਕ ਪੇਜ ਆ ਇੱਕ, ਕੋਈ SK ਸ਼ਾਸਤਰੀ ਕਰਕੇ ਫੇਸਬੁੱਕ ਪੇਜ ਆ, ਜਿਨ੍ਹਾਂ ਨੇ ਇਹਨਾਂ ਦੇ ਨਾਲ ਠੱਗੀ ਕੀਤੀ ਆ, ਭਾਵ ਇਹਨਾਂ ਤੋਂ ਪੈਸੇ ਲਏ ਆ, ਆਪਣੀ ਸਰਵਿਸ ਦੇ ਕਿਸ ਚੀਜ਼ ਦੇ ਵੀ ਲਏ ਆ, ਤੰਤਰ ਵਿਦਿਆ ਦੇ ਲਏ ਆ, ਪਰ ਉਸ ਤੋਂ ਬਾਅਦ ਕਹਿੰਦੇ ਕਿ ਕਿਸੇ ਤਰ੍ਹਾਂ ਦਾ ਕੋਈ ਫੋਨ ਨਹੀਂ ਚੁੱਕ ਰਹੇ, ਸਾਰੇ ਜਿਹੜੇ ਹੈਗੇ ਨੇ ਉਹ ਬਲੌਕ ਦੇ ਵਿੱਚ ਕਰਤਾ। ਉਸ ਤੋਂ ਅੱਗੇ ਜਿਹੜੇ ਆਉਂਦੇ ਨੇ ਇਹ ਮੀਆਂ ਕਬੀਰ ਖਾਨ ਜੀ ਕਰਕੇ ਇਹਨਾਂ ਦਾ ਇੱਕ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਉੱਪਰ ਜਿਹੜਾ ਪੇਜ ਆ। ਤੀਸਰੇ ਦੀ ਗੱਲ ਕਰਾਂ ਤਾਂ ਨਵ ਦੁਰਗਾ ਦੇਵੀ ਦੇ ਨਾਮ ਦੇ ਉੱਪਰ ਇਹਨਾਂ ਦਾ ਜਿਹੜਾ ਫੇਸਬੁੱਕ ਦੇ ਉੱਪਰ ਪੇਜ ਹੈਗਾ। ਹੁਣ ਆਪਾਂ ਵਾਰ-ਵਾਰ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤਿੰਨਾਂ ਦੇ ਨਾਲ ਰਾਬਤਾ ਕੀਤਾ ਜਾਵੇ, ਫੋਨ ਲਾ ਕੇ ਇੱਕ ਵਾਰੀ ਜਿਹੜਾ ਜ਼ਰੂਰ ਅਸੀਂ ਇਹਨਾਂ ਨੂੰ ਦੱਸ ਦਈਏ, ਇੱਕ ਵਾਰੀ ਫੋਨ ਜ਼ਰੂਰ ਲਾਇਆ ਜਾਵੇ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਆਪਾਂ SK ਸ਼ਾਸਤਰੀ ਹੋਰਾਂ ਤੋਂ ਕਰਦੇ, ਜਿਨ੍ਹਾਂ ਨੂੰ ਸ਼ਾਇਦ ਤੁਸੀਂ ਲਗਭਗ 10,000 ਰੁਪਏ ਤੁਸੀਂ ਦੇ ਚੁੱਕੇ ਹੋ ਉਹਨਾਂ ਨੂੰ, 10,000 ਰੁਪਏ ਇਹਨਾਂ ਨੂੰ ਤੁਸੀਂ ਦੇ ਚੁੱਕੇ ਹੋ। 10,000 ਦੇ ਦਿੱਤਾ। ਇਹ ਕੀ ਕਹਿੰਦੇ ਜਦੋਂ ਤੁਸੀਂ ਫੋਨ ਲਾਉਣੇ ਹੋ, ਜਦੋਂ ਇਹ ਫੋਨ ਚੁੱਕਦੇ ਨੇ ਤੁਹਾਨੂੰ ਕੀ ਕਹਿੰਦੇ ਨੇ? ਇਹ ਕਹਿੰਦੇ ਕਿ ਤੁਹਾਨੂੰ 3 ਮਹੀਨਾ ਟਾਈਮ ਦਿੱਤਾ, ਜਾਂ ਸਾਡੇ ਗੁਰੂ ਜੀ ਬਿਮਾਰ ਆ, ਜਾਂ ਸਾਡੇ ਉਹ ਮਤਲਬ ਕਿ ਗੁਰੂ ਜੀ ਬਿਮਾਰ ਹੋ, ਸਾਰੇ ਪੈਸੇ ਉੱਥੋਂ ਲੱਗ ਗਏ ਆ ਤੇ ਤੁਹਾਨੂੰ ਪੈਸੇ। ਸ਼ਾਸਤਰੀ ਜੀ ਸਤਿ ਸ਼੍ਰੀ ਅਕਾਲ। ਸ਼ਾਸਤਰੀ ਜੀ ਗੱਲ ਕਰ ਰਹੇ ਹੋ? हेलो, SK ਸ਼ਾਸਤਰੀ ਜੀ ਗੱਲ ਕਰ ਰਹੇ ਹੋ? हाँ जी, ਸ਼ਾਸਤਰੀ ਜੀ RMB ਟੈਲੀਵਿਜ਼ਨ ਤੋਂ ਗੱਲ ਕਰ ਰਹੇ ਹਾਂ, ਜਸ ਕਰੇਵਾਲ। ਇਸ ਵੇਲੇ ਤੁਸੀਂ ਲਾਈਵ ਇੰਟਰਵਿਊ ਤੇ ਹੋ। हेलो, ਹਾਂਜੀ हाँ, शास्त्री जी गल कर रहे हो? मैं उनका शिष्य बोल रहा हूँ। उनका शिष्य बोल रहे हो? शास्त्री जी से बात करवाइए प्लीज। करवाऊंगा 10 मिनट बाद में करवाता हूँ मैं। सर जी अभी आप लाइव इंटरव्यू पे हो, आप मेरी प्लीज बात करवा दीजिए उनसे अभी। करवाता हूँ मैं, थोड़ा बाहर आया हूँ। तो चलो आप ही कर लीजिए, आप ही कर लीजिए। एक क्या काम करते हैं आपके SK शास्त्री जी? पूजा कर रहे हैं। नहीं वैसे क्या काम करते हैं, क्योंकि हम अभी इंटरव्यू पे है, हमारे पास एक क्लाइंट है, जो आपका क्लाइंट है वो बैठा है, जैसे आप लोगों ने 10,000 के करीब पैसे जो है ठगे, और इस वक्त इंटरव्यू जो है वो लाइव जा रहा है, ठीक है। तो वो बोल रहा था कि आपने बोला था कि पैसे जो है वो वापस करूंगा, लेकिन अभी आप लोगों ने उनका नंबर ब्लॉक पे डाल दिया, क्यों? मैं बात करा दूंगा उनसे। नहीं आप उनके शिष्य हैं, आपको तो पता ही होगा सर। नहीं, मैं इतना ध्यान नहीं रखता हूँ। ये खुद ही है, ये आप बात कर लीजिए इन्हीं से, ये बात कीजिए। हेलो शास्त्री जी, विजय बोल रहा हूँ। विजय बोल रहा हूँ। आपने मुझे कितनी बार कहा, आपने क्या कहा कि हाँ आपसे जो होता है कर लो, मैं पैसे वापस नहीं दूंगा, ठीक है। हाँ मैंने आपको कितनी बार बोला, आपने मेरा नंबर ब्लॉक में डाल दिया है, सारा कुछ ब्लॉक में डाल दिया। मैं अब लाइव इंटरव्यू चल रही है आपकी, लाइव टेलीकास्ट हो रहा है, ठीक है। उसके बाद ये कुछ भी है कानून कार्रवाई, आप ना ये कम है आपसे हो गई है कानून कार्रवाई, चाहे पैसे दो ना दो वो आप पे है, ठीक है। नहीं, ब्लॉक कौन डाल दिया नंबर? तूने डाला मेरे को 50,735 है? आपने डाला नंबर, और किसने डाला है? आपने मेरे को कितने बार बोला पैसे दे दूंगा। आज आपसे बात हुई, आपने क्या बोला कि आपकी मैं वो कर दूंगा, यो कर दूंगा। वो गुरु से बात कर लो। कौन सा गुरु वाला है? बात कराओ गुरु से।
10 मिनट बाद मैं गुरु के पास जा रहा नहीं हूँ, नहीं बात कर नहीं, लो। देखो 10 मिनट नहीं, देखो इसमें क्या है यार, देखो सर लाइव इंटरव्यू चल लाइव रहा है, 10 इंटरव्यू मिनट है। के बाद नहीं है। आप मेरे को बता दीजिए कि क्या माजरा क्या है पूरा, आप ये बता दीजिए हम्म, क्या माजरा है पूरा, आप ये बता दीजिए। वही वाला है, कोई 10 या कोई 15 मिनट नहीं है ये। तो गुरु ही करेगा जो बात करना है, वो मैं क्या करूंगा? कौन करेगा? जो आवाज गुरु है आवाज वही ही- बात आवाज करेगा ही है। आपसे। ਸਰ ਜੀ ਆਵਾਜ਼ ਤਾਂ ਸੇਮ ਹੀ ਹੈ ਯਾਰ, आवाज तो ਤੁਹਾਡੀ ਉਹੀ ਹੈ। ਉਹੀ ਤਾਂ ਗੱਲ ਕਰ ਰਹੇ ਹੋ ਤੁਸੀਂ, ਜਾਂ ਸਾਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ। मैं क्या बेवकूफ बना रहा हूँ आपको? ਉਹ ਪਿੱਛੇ ਤੁਹਾਡਾ ਜੋ ਸਾਨੂੰ ਪਿੱਛੇ ਵੀ ਸੁਣ ਰਿਹਾ, ਤੁਹਾਡੇ ਬੋਲ ਰਹੇ ਨੇ ਜੋ गुरु जी ਤੁਸੀਂ ਗੱਲ कर रहे हो कि मैं तेरा काम कर, मैं तुम्हारा काम कर दूंगा। कौन बोल रहा है? चलो ये बताइए, आप विजय कुमार के पैसे आपने वापस करने हैं, वापस देने हैं या नहीं देने? वो गुरुजी से बात कर लो, आप जो भी आपके बात करना है वो गुरुजी से कर लो। नहीं गुरु, मैं जो क्या आप कह सकता हूँ? जो आपके पीछे खड़ा है उससे बात करो मेरी पहले, मेरे पीछे कौन नहीं खड़ा है? जिसकी आवाज आ रही है। अरे भाई आपने, मैं वही बोल रहा हूँ चलो ना। एक मिनट ਗੱਲ अच्छा ਕਰੋ। ਤੁਸੀਂ 10 ਮਿੰਟ ਕਹਿ ਰਹੇ ਹੋ ਕਿ 10 ਮਿੰਟਾਂ ਬਾਅਦ ਕਾਲ ਕਰ ਲਿਓ। हाँ, ठीक है, 10 मिनटां बाद मैं खुद कॉल करा या तुसी करोगे? मैं गुरुजी को बोल दूंगा, गुरुजी करेगा तो गुरुजी कर लेगा। नहीं नहीं, आप करो तो आप कर लेना। मैं वही 10 मिनट, क्योंकि ਹੁਣ 6:37 ਮਿੰਟ ਹੋਏ ਨੇ, ਮੈਂ 6:47 ਮਿੰਟ ਤੇ ਦੁਬਾਰਾ ਕਾਲ ਕਰੂੰਗਾ ਤੁਹਾਨੂੰ। ਚਲੋ ਤੁਹਾਡੀ ਮੰਨ ਲੈਣਾ, ਤੁਸੀਂ ਕਿਹਾ 10 ਮਿੰਟ ਬਾਅਦ, ਮੈਂ 6:47 ਮਿੰਟ ਤੇ ਦੁਬਾਰਾ ਕਾਲ ਕਰੂੰਗਾ ਤੁਹਾਨੂੰ। हम्म, ठीक है जी? आपकी इच्छा हो तब कर लेना, मैं गुरुजी से बात करा दूंगा। ਹਾਂ ਮੈਂ ਉਹੀ ਗੱਲ ਕਰ ਰਿਹਾ ਜੀ, ਤੁਸੀਂ 10 ਮਿੰਟ ਕਿਹਾ, ਮੈਂ 10 ਮਿੰਟਾਂ ਬਾਅਦ ਕਾਲ ਕਰੂੰਗਾ, ਕਿਰਪਾ ਕਾਲ ਚੱਕ ਜ਼ਰੂਰ ਲਿਓ, ਕਿਉਂਕਿ ਇੰਟਰਵਿਊ ਲਾਈਵ ਆ। ਠੀਕ ਹੈ, ਜੋ ਠੱਗੀ ਮਾਰੀ ਆ ਹੁਣ ਉਹ ਤਾਂ ਮਾਰੀ ਆ, ਚਲੋ ਜੇ ਤੁਸੀਂ ਸੱਚੇ ਹੋ ਤਾਂ ਕਿਰਪਾ ਕਰਕੇ ਇਸ ਚੀਜ਼ ਦਾ ਜਵਾਬ ਜ਼ਰੂਰ ਦੇ ਦਿਓ, ਕਿਉਂਕਿ ਸਾਡਾ ਕੰਮ ਆ ਜਵਾਬ ਲੈਣਾ, ਦੋਨੋਂ ਪੱਖ ਲੈਣਾ। ਵਿਜੇ ਕੁਮਾਰ ਸਰ ਨੇ ਇਸ ਵੇਲੇ ਸਟੂਡੀਓ ਦੇ ਵਿੱਚ ਬੈਠੇ, ਤੁਸੀਂ ਆਪਣਾ ਪੱਖ ਜਿਹੜਾ ਜ਼ਰੂਰ ਦੇ ਦਿਓ ਕਿ ਕਿਸ ਆਧਾਰ ਤੇ ਤੁਸੀਂ ਪੈਸੇ ਜਿਹੜੇ ਲਏ ਸੀ। ਹੁਣ ਜਿਹੜੇ ਹੈਗੇ ਨੇ 6:38 ਮਿੰਟ ਹੋਏ ਨੇ, 6:48 ਮਿੰਟ ਤੇ ਮੈਂ ਫੋਨ ਦੁਬਾਰਾ ਤੁਹਾਨੂੰ ਜ਼ਰੂਰ ਕਰੂੰ, ਤੇ ਕਿਰਪਾ ਕਰਕੇ ਚੁੱਕ ਜ਼ਰੂਰ ਲਿਓ ਫੋਨ। फोन क्यों नहीं चुकेंगे? फोन में हाँ। क्या परेशानी है फोन चुकने में? ਹਾਂ ਮੈਂ ਉਹੀ ਗੱਲ ਕਰਦਾ ਕਿ ਤੇ ਸ਼ਾਸਤਰੀ ਜੀ ਜੋ ਵੀ ਨੇ ਤੁਹਾਡੇ, ਉਹਨਾਂ ਨਾਲ ਗੱਲ ਜ਼ਰੂਰ ਕਰਾ ਦਿਓ, ਤੁਹਾਡੇ ਗੁਰੂ ਜੀ ਜੋ ਨੇ। हम्म, ਠੀਕ ਹੈ ਜੀ? ਜਿਹੜੇ हाँ, ਪਿੱਛੇ ठीक ਉਹਨਾਂ है ਨਾਲ ਗੱਲ ਕਰਾਉਂ। ਹਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਂ 10 ਮਿੰਟ ਬਾਅਦ ਕਾਲ ਕਰਦਾ ਜੀ। ਲਓ ਜੀ, ਇਹ ਐਸਕੇ ਸ਼ਾਸਤਰੀ ਹੋਰਾਂ ਦਾ ਨੰਬਰ ਸੀ। ਤੁਹਾਡੇ ਸਾਹਮਣੇ ਗੱਲ ਇਹਨਾਂ ਦੇ ਨਾਲ ਜਿਹੜੀ ਕੀਤੀ, ਇਹਨਾਂ ਦਾ ਨੰਬਰ ਵੀ ਨਸ਼ਰ ਜਿਹੜਾ ਜ਼ਰੂਰ ਕਰਾਂਗੇ, ਕਿਉਂਕਿ ਜੋ ਲੋਕਾਂ ਦੇ ਨਾਲ ਧੋਖਾਧੜੀਆਂ ਕਰਦੇ ਨੇ, ਲੋਕਾਂ ਦੇ ਨਾਲ ਠੱਗੀਆਂ ਕਰਦੇ ਨੇ, ਮਿਹਨਤ ਦੇ ਪੈਸੇ ਹੁੰਦੇ ਨੇ ਉਹ ਐਦਾਂ ਹੀ ਲੈ ਜਾਂਦੇ ਨੇ, ਤਾਂ ਉਹਨਾਂ ਦਾ ਵਾਕਿਆ ਦੇ ਵਿੱਚ ਉਹਨਾਂ ਦਾ ਨੰਗਾ ਹੋਣਾ ਲਾਜ਼ਮੀ ਆ। ਉਹਨਾਂ ਦੀ ਠੱਗੀ ਦਾ ਨੰਗਾ ਹੋਣਾ, ਉਹਨਾਂ ਦਾ ਪਰਦਾਫਾਸ਼ ਹੋਣਾ ਜਿਹੜਾ ਹੈਗਾ ਉਹ ਲਾਜ਼ਮੀ ਹੈ। ਇਹ ਤਾਂ ਇੱਕ ਸੀ, ਇਹ ਤਾਂ ਇੱਕ ਹੈ। 3 ਜਿਹੜੇ ਹੈਗੇ ਨੇ ਜਿਨ੍ਹਾਂ ਵੱਲੋਂ ਇਹਨੂੰ ਠੱਗਿਆ ਗਿਆ, ਉਹ 3 ਤੰਤਰਿਕ ਆਖ ਲਈਏ, ਪਖੰਡੀ ਆਖ ਲਈਏ, ਮਤਲਬ ਇਹ ਆਪਣੇ ਆਪ ਨੂੰ ਤੰਤਰਿਕ ਕਹਿੰਦੇ ਨੇ, ਤਾਂ ਉਹ 3 ਨੇ। ਹੁਣ ਸੈਕਿੰਡ ਨੂੰ ਜਿਹੜੀ ਹੈਗੀ ਉਹ ਅਸੀਂ ਕਾਲ ਕਰ ਰਹੇ ਹਾਂ। ਇਹਨਾਂ ਦੇ ਕਹਿਣ ਅਨੁਸਾਰ ਇਹ ਕਬੀਰ ਖਾਨ ਜੀ ਨੇ। ਇਹ ਹੁਣ ਕਾਲ ਆਪਾਂ ਕਬੀਰ ਖਾਨ ਜੀ ਨੂੰ ਲਗਾ ਰਹੇ ਹਾਂ, ਦੇਖਦੇ ਹਾਂ ਕਬੀਰ ਖਾਨ ਜੀ ਕੀ ਕਹਿੰਦੇ ਨੇ। ਇਹਨਾਂ ਨੇ ਤੁਹਾਡੇ 3500 ਲੈ। हेलो, ਕਬੀਰ ਖਾਨ ਜੀ ਕੀ ਹਾਲ ਚਾਲ ਨੇ? कबीर खान जी गल कर रहे हो? बाद में करना है, थोड़ा बिजी हूँ मैं। कबीर खान जी गल कर रहे हो? ਲਓ ਜੀ, ਤੁਹਾਡਾ ਕਬੀਰ ਖਾਨ ਜੀ ਜਿਹੜੇ ਨੇ ਇਹ ਤਾਂ ਫੋਨ ਕੱਟ ਗਏ, ਕਿਉਂਕਿ ਇਹ ਹੈ ਕਿ ਟਰੂ ਕਾਲਰ ਤੇ ਸਾਡਾ ਇਹ ਨੰਬਰ ਚੈਨਲ ਦੇ ਨਾਮ ਤੇ ਹੈ। ਇਹਨਾਂ ਨੇ ਪਹਿਲਾਂ ਫੋਨ ਚੁੱਕਿਆ, ਹੈਲੋ ਕਿਹਾ। ਜਦੋਂ ਮੈਂ ਕਿਹਾ ਕਿ ਕਬੀਰ ਖਾਨ ਜੀ ਗੱਲ ਕਰ ਰਹੇ ਨੇ, ਤਾਂ ਉਸ ਤੋਂ ਬਾਅਦ ਇਹਨਾਂ ਨੇ ਫੋਨ ਤੇ ਸ਼ਾਇਦ ਟਰੂ ਕਾਲਰ ਤੇ ਦੇਖਿਆ ਹੋਣਾ ਕਿ ਨਾਮ ਕਿਹੜੇ ਤੇ ਆ, ਤਾਂ ਨਾਮ ਆਰਐਮਬੀ ਟੈਲੀਵਿਜ਼ਨ ਤੇ ਹੋਣਾ। ਸੁਭਾਵਿਕ ਤੌਰ ਤੇ ਫੋਨ ਇਹਨੇ ਕੱਟਦਾ, ਤੇ ਹੁਣ ਇਹ ਕਬੀਰ ਫੋਨ ਚੁੱਕੂਗਾ ਵੀ ਨਹੀਂ। ਚਲੋ ਤੁਹਾਡੀ ਤਸੱਲੀ ਦੇ ਲਈ ਅਸੀਂ ਇੱਕ ਵਾਰੀ ਫਿਰ ਤੋਂ ਦੁਬਾਰੇ ਕਾਲ ਕਰ ਲੈਂਦੇ ਹਾਂ, ਇਹਨੇ ਹੀ ਕਬੀਰ ਖਾਨ ਨੂੰ ਕਰ ਲੈਂਦੇ ਹਾਂ। ਜੇ ਚੁੱਕਣਗੇ ਤਾਂ ਇਹੀ ਕਹਿ ਦੇਣਗੇ ਕਿ ਭਾਈ ਦੁਬਾਰੇ। ਲਓ ਜੀ, ਇਹ ਉਹ ਤੰਤਰਿਕ ਨੇ ਜਿਹੜੇ ਲੋਕਾਂ ਦਾ ਭਲਾ ਕਰਨ ਦੇ ਲਈ ਕਹਿੰਦੇ ਨੇ ਤੇ ਫੋਨ ਵੀ ਨਹੀਂ ਚੁੱਕਦੇ। ਜਦੋਂ ਪਤਾ ਲੱਗ ਗਿਆ ਵੀ ਅੱਗੇ ਬੈਠੇ ਨੇ ਤਾਂ ਉਸ ਤੋਂ ਬਾਅਦ ਫੋਨ ਵੀ ਚੁੱਕਣੋਂ ਹਟ ਗਿਆ। ਹੁਣ ਸ਼ਾਇਦ ਸਾਡਾ ਨੰਬਰ ਜਿਹੜਾ ਬਲੌਕ ਦੇ ਵਿੱਚ ਹੋਵੇ, ਇੱਕ ਵਾਰੀ ਫਿਰ ਤੋਂ ਆਪਾਂ ਕਬੀਰ ਖਾਨ ਜੀ ਨੂੰ ਕਾਲ ਕਰਦੇ ਹਾਂ, ਕੀ ਕਹਿੰਦੇ ਕੀ ਨੇ। ਆਪਾਂ ਸਿਰਫ ਇਹਨਾਂ ਦਾ ਪੱਖ ਲੈਣ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਕਿ ਪੱਖ ਲਿਆ ਜਾਵੇ ਕਿ ਕਹਿੰਦੇ ਕੀ ਨੇ ਪੈਸੇ। ਲਓ ਜੀ, ਫੋਨ ਨਹੀਂ ਚੁੱਕ ਰਹੇ, ਰਿੰਗ ਜਿਹੜੀ ਆ ਉਹ ਜਾ ਰਹੀ ਆ। ਮਤਲਬ ਹੁਣ ਇਹਨੂੰ ਪਤਾ ਲੱਗ ਗਿਆ। ਹੁਣ ਇਹਨਾਂ ਨੇ ਕਿਹਾ ਕਿ ਥੋੜਾ ਰੁਕ ਕੇ ਕਾਲ ਕਰਾਂ, ਤੇ ਜੇ ਮੈਂ ਪੂਰੀ ਰਾਤ ਵੀ ਇਹਨਾਂ ਨੂੰ ਕਾਲ ਕਰਦਾ ਰਹਾ ਜਾਂ ਬੀਤੇ ਕੱਲ ਵੀ ਸੇਮ ਨੰਬਰ ਤੋਂ ਕਾਲ ਕਰਾਂ, ਤਾਂ ਫਿਰ ਸ਼ਾਇਦ ਉਦੋਂ ਵੀ ਨਹੀਂ ਚੁੱਕਣਗੇ। ਹੁਣ ਤੀਜੇ ਨੇ, ਇਹ ਨਵ ਦੁਰਗਾ ਦੇਵੀ ਜੀ ਦੇ ਨਾਮ ਤੇ ਇਹਨਾਂ ਦਾ ਕੋਈ ਫੇਸਬੁੱਕ ਪੇਜ ਆ। ਆਪਾਂ ਇਹਨਾਂ ਨੂੰ ਕਾਲ ਕਰਦੇ ਹਾਂ ਤਾਂ ਦੇਖਦੇ ਆ ਕਿ ਇਹ ਸੱਚੇ ਨੇ ਜਾਂ ਇਹ ਝੂਠੇ ਨੇ, ਕਿਉਂਕਿ ਅਸੀਂ ਮੀਡੀਆ, ਸਾਡਾ ਫਰਜ਼ ਆ ਸਾਰੇ ਪੱਖ ਲੈਣਾ। ਜੇ ਵਿਜੇ ਕੁਮਾਰ ਆਏ ਨੇ ਤਾਂ ਲਓ ਜੀ, ਮੈਨੂੰ ਇਹ ਐਂ ਲੱਗਦਾ ਕਿ ਸ਼ਾਇਦ ਇਹ ਜਿਹੜੇ ਲਾਸਟ ਵਾਲੇ 2 ਨੇ, ਹੋ ਸਕਦਾ ਇਹ ਤਿੰਨਾਂ ਦੀ ਇੱਕ ਜੁੰਡਲੀ ਹੋਵੇ, ਪਰ ਜਿਹੜੇ ਲਾਸਟ ਵਾਲੇ 2 ਨੇ ਇਹਨਾਂ ਦੀ ਇੱਕ ਜੁੰਡਲੀ ਜ਼ਰੂਰ ਹੋ ਸਕਦੀ ਹੈ, ਕਿਉਂਕਿ ਨੰਬਰ
ਕੱਟ ਦਿੱਤਾ ਆ, ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ, ਜਾਂ ਫਿਰ ਉਹਦੇ ਟਰੂ ਕਾਲਰ ਤੇ ਇਹ ਨੰਬਰ ਜਿਹੜਾ ਚਲਿਆ ਗਿਆ ਹੋਣਾ। ਤੈਨੂੰ ਪਹਿਲਾਂ ਲਓ ਜੀ, ਦੇਖ ਲਓ ਫੋਨ ਅਸੀਂ ਕਰ ਰਹੇ ਹਾਂ, ਸ਼ਾਇਦ ਨਾ ਚੁੱਕਣ ਜਾਂ ਸ਼ਾਇਦ ਚੁੱਕ ਲੈਣ। ਅਸੀਂ ਤਾਂ ਚਾਹੁੰਦੇ ਹਾਂ ਕਿ ਫੋਨ ਚੁੱਕਣ, ਅਸੀਂ ਚਾਹੁੰਦੇ ਹਾਂ। ਹੈਲੋ हेलो। ਨਵ ਦੁਰਗਾ ਦੇਵੀ ਜੀ ਦੇ ਨਾਮ ਤੇ ਪੇਜ ਆ ਸਰ ਤੁਹਾਡਾ ਇੰਸਟਾਗ੍ਰਾਮ ਤੇ। हाँ जी, ਸਤਿ ਸ੍ਰੀ ਅਕਾਲ ਜੀ, सत श्री अकाल। ਆਰਐਮਬੀ ਟੈਲੀਵਿਜ਼ਨ ਤੋਂ ਗੱਲ ਕਰ ਰਹੇ ਹਾਂ ਸਰ, ਜਸ ਗਰੇਵਾਲ। अच्छा ਤੁਸੀਂ ਇਸ ਵੇਲੇ ਇੰਟਰਵਿਊ ਤੇ ਲਾਈਵ ਹੋ ਜੀ। अच्छा ਸਰ ਤੁਹਾਡੇ ਨਾਲ ਇੱਕ ਤੁਹਾਡੇ ਕਲਾਇੰਟ ਬੈਠੇ ਨੇ ਜਿਨ੍ਹਾਂ ਦਾ ਨਾਮ ਹੈ ਵਿਜੇ ਕੁਮਾਰ ਕਰਕੇ। अच्छा ਉਹਨਾਂ ਦੇ ਵੱਲੋਂ ਇਲਜ਼ਾਮ ਹੈ ਸਰ ਕਿ ਤੁਸੀਂ ਕਿਸੇ ਆਪਦੀ ਸਰਵਿਸ ਦੇ ਨਾਮ ਤੇ ਉਹਨਾਂ ਤੋਂ ਪੈਸੇ ਲਏ ਨੇ, ਪਰ कितने ਹੋਇਆ ਕੁਝ ਵੀ ਨਹੀਂ ਹੈ, ਹੁਣ ਤੁਸੀਂ ਪੈਸੇ ਵੀ ਨਹੀਂ ਮੋੜ ਰਹੇ। अच्छा कितने पैसे दिए हैं? ਕਿੰਨੇ ਪੈਸੇ ਨੇ ਜੀ? ਕਿੰਨੇ ਲਿਖੇ ਹੋਣੇ ਇਹਨਾਂ ਨੂੰ ਪਤਾ ਹੀ ਹੈ ਨਾ। ਇਹਨਾਂ ਦੇ ਤਕਰੀਬਨ 3-4 ਹਜ਼ਾਰ ਕਹਿੰਦੇ ਆ ਕਿ ਇਹਨਾਂ ਕੋਲੇ ਸਕਰੀਨਸ਼ਾਟ ਵੀ ਹੈਗਾ ਇਹਨਾਂ ਦਾ। ਇੱਕ ਮਿੰਟ ਮੇਰੇ ਨਾਲ ਗੱਲ ਲਓ ਜੀ, अच्छा ਮੇਰੀ ਗੱਲ ਸੁਣੋ, ਵਿਜੇ ਬੋਲਦਾ ਮੈਂ, ਠੀਕ ਹੈ। ਤੁਸੀਂ ਮੇਰਾ ਨੰਬਰ ਵੀ ਬਲੌਕ ਕਰ ਰੱਖਿਆ ਤੇ ਉਹ ਵੀ ਠੀਕ ਹੈ, ਟੈਕਸਟ ਮੈਸੇਜ ਤੁਸੀਂ ਜਵਾਬ ਨਹੀਂ ਦੇ ਰਹੇ ਮੈਨੂੰ, अच्छा ठीक है। तो तुसी की किया सीगा मैनू जो मर्जी कुछ कर लियो तो आपके पैसे नहीं मिलेंगे। क्यों नहीं मिलेंगे भाई? अब लाइव इंटरव्यू हो रही है आपकी, ठीक है ना। अच्छा हाँ, बाकी यार टेलीविज़न वालों से बात करो। ਸਰ ਜੀ ਬਤਾਈਏ ਸਰ। इन्हां दा ਹੈਲੋ हाँ जी, ਹਾਂਜੀ ਸਰ, ਕੀ ਸਰਵਿਸ ਹੈ ਤੁਹਾਡੀ? ਕੀ ਸਰਵਿਸ ਜਿਹੜੀ ਤੁਸੀਂ ਦਿੱਤੀ ਇਹਨਾਂ ਨੂੰ ਤੇ ਉਹਨਾਂ ਤੋਂ ਤੁਸੀਂ ਪੈਸੇ ਲੈ? इसने पूजा पाठ करवाई, पूजा पाठ कर दी हमने। आप एक बात बताइए, आप किसी पंडित से पूजा पाठ करवाओगे, उसकी पूजा पाठ कर देगा वो? तो ਨਹੀਂ ਵਸ਼ੀ ਕਾਲਾ ਜਾਦੂ ਵਸ਼ੀਕਰਨ ਕਾਲਾ ਜਾਦੂ ਇਦਾਂ ਦਾ ਕੁਝ ਸੀ? नहीं नहीं, ये नहीं करते हम। पूजा पाठ करते हैं, पूजा पाठ आपको करवानी है आप करवा दीजिए। ਪੂਜਾ ਪਾਠ ਕਿਸ ਚੀਜ਼ ਦਾ ਪੂਜਾ ਪਾਠ ਕਰਵਾਇਆ ਸੀ ਇਹਨਾਂ ਨੇ? जैसे मान लो, जैसे होती है मनमोहिनी माता की एक पूजा होती है, पूजा होती है, जैसे शिव भगवान की पूजा होती है, पूजा वगैरह होती है जो हम घर में करवाते हैं ना। एक तो घर में जैसे मान ले सुख शांति की पूजा होती है, बहुत प्रकार की पूजा होती है, आपको भी पता है। ਲੇਕਿਨ ਪਰ ਮੇਰੇ ਕੋਲੇ ਬੈਠੇ ਤਾਂ ਇਹ ਸਪਸ਼ਟ ਕਹਿ ਰਿਹਾ ਕਿ ਵਸ਼ੀਕਰਨ ਦਾ ਕੀਤਾ ਸੀ। ਤੁਸੀਂ ਪੂਜਾ ਪਾਠ ਨਾਮ ਤੁਸੀਂ ਪੂਜਾ ਪਾਠ ਦਾ ਦੇ ਰਹੇ ਹੋ, ਜਿਹੜਾ ਤੁਹਾਡਾ ਤੁਸੀਂ ਪੂਜਾ ਪਾਠ ਦਾ ਨਾਮ ਦੇ ਰਹੇ ਹੋ। ਮੈਂ ਤੁਹਾਡਾ ਇੰਸਟਾਗ੍ਰਾਮ ਪੇਜ ਖੋਲ ਕੇ ਦਿਖਾ ਸਕਦਾ, ਉਹਦੇ ਤੇ ਸਪਸ਼ਟ ਜਿਹੜਾ ਵਸ਼ੀਕਰਨ ਲਿਖਿਆ ਹੋਇਆ, ਸਪਸ਼ਟ ਜਿਹੜਾ ਲਿਖਿਆ ਹੋਇਆ ਕਿ ਮਨ ਚਾਹਾ ਪਿਆਰ ਜਾਂ ਇਦਾਂ ਦਾ ਕੁਝ ਵੀ ਆ। ਤੁਸੀਂ ਵਾਕਿਆ ਦੇ ਵਿੱਚ ਇਹ ਚੀਜ਼ਾਂ ਕਰਦੇ ਹੋ ਜੀ? नहीं नहीं ਜੇ ਕਿਸੇ ਨੂੰ ਨਹੀਂ, ਇੱਕ ਗੱਲ ਦੱਸਿਓ, ਜੇਕਰ ਕਿਸੇ ਨੂੰ ਵਸ ਦੇ ਵਿੱਚ ਕਰਨਾ ਹੋਵੇ, ਜਿਵੇਂ ਤੁਹਾਡੇ ਕਹਿਣ ਅਨੁਸਾਰ ਕਿ ਵਸ਼ੀ ਕਰਨਾ, ਕਿਸੇ ਨੂੰ ਆਪਦੇ ਵਸ ਦੇ ਵਿੱਚ ਕਰਨਾ, ਆਪਦੇ ਕਾਬੂ ਦੇ ਵਿੱਚ, ਤੁਸੀਂ ਉਹ ਕਰ ਦਿੰਦੇ ਹੋ? ਲਓ ਜੀ ਇਹ ਵੀ ਫੋਨ ਕੱਟ ਗਏ ਤੇ ਹੁਣ ਇਹ ਵੀ ਸੁਭਾਵਿਕ ਤੌਰ ਤੇ ਫੋਨ ਵੀ ਨਹੀਂ ਚੱਕਣਗੇ। ਲਓ ਮੈਂ ਦੁਬਾਰੇ ਫਿਰ ਲਾ ਦਿੰਦਾ। ਤਸੱਲੀ ਕਰਨੀ ਲਾਜ਼ਮੀ ਹੈ, ਅਸੀਂ ਤਸੱਲੀ ਕਰ ਲਈਏ। ਲਓ ਜੀ ਇੱਕ ਵਾਰੀ ਫਿਰ ਫੋਨ ਉਸੇ ਨੰਬਰ ਤੇ ਜਾ ਰਿਹਾ। ਸੁਭਾਵਿਕ ਤੌਰ ਤੇ ਫੋਨ ਨਹੀਂ ਚੁੱਕਣਗੇ ਵੀ ਤਾਂ ਸ਼ਾਇਦ ਹੁਣ ਕਿਸੇ ਹੋਰ ਨੂੰ ਫੋਨ ਫੜਾ ਦੇਣਗੇ। ਲਓ ਜੀ ਫੋਨ ਜਾ ਰਿਹਾ ਤੇ ਰਿੰਗਾਂ ਸ਼ਾਇਦ ਜਿੰਨੀਆਂ ਮਰਜ਼ੀ ਰਿੰਗ ਲੱਗੀ ਜਾਵੇ, ਫੋਨ ਜਿਹੜਾ ਹੈਗਾ ਉਹ ਨਹੀਂ ਚੁੱਕਿਆ ਜਾਣਾ। 6:44 ਹੋ ਗਏ ਨੇ, 6 ਮਿੰਟ ਸਾਨੂੰ ਫੋਨ ਕਰਦੇ ਨੂੰ ਹੋ ਗਏ ਨੇ। ਉਸ ਤੋਂ ਬਾਅਦ SK ਸ਼ਾਸਤਰੀ ਹੋਣੇ, ਉਹਨਾਂ ਨੂੰ ਵੀ ਕਾਲ ਜਿਹੜੀ ਆ ਉਹ ਵੀ ਜ਼ਰੂਰ ਲਾਵਾਂਗੇ। ਇਹ ਧਮਕੀਆਂ ਕੀ, ਲੋ ਜੀ ਫੋਨ ਨਹੀਂ ਚੁੱਕਿਆ ਜਾ ਰਿਹਾ। ਇਹ ਧਮਕੀਆਂ ਕੀ ਦਿੰਦੇ ਨੇ ਉਹ ਵੀ ਤੁਹਾਨੂੰ ਸੁਣਾਉਣਿਆ ਸੀ। ਜਿਹੜੀਆਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਉਹ ਬਕਾਇਦਾ ਸਾਡੇ ਕੋਲੇ ਰਿਕਾਰਡ ਨੇ। ਮਤਲਬ ਇਹਨਾਂ ਨੂੰ ਇੰਨਾ ਵੀ ਡਰ ਡੁੱਕਰ ਨਹੀਂ ਹੈਗਾ ਕਿ ਇਹ ਦੇਖ ਲਿਆ। ਹੁਣ ਤੁਹਾਨੂੰ ਧਮਕੀਆਂ ਇਹਨਾਂ ਦੀਆਂ ਸੁਣਾਉਣੇ ਆ, ਕਿਉਂਕਿ ਮੈਂ ਵਿਜੇ ਕੁਮਾਰ ਜੀ ਹੋਰਾਂ ਤੋਂ ਪਹਿਲਾਂ ਉਹ ਧਮਕੀਆਂ ਜਿਹੜੀਆਂ ਸਾਰੀਆਂ ਲੈ ਲਈਆਂ ਸੀ ਕਿ ਜਿਹੜੀਆਂ ਤੁਹਾਨੂੰ ਧਮਕੀਆਂ ਕੀ ਦਿੰਦੇ ਨੇ। ਲਓ ਜੀ ਆ ਦੇਖਿਓ, ਪਹਿਲਾਂ ਇਹ ਸੁਣਿਓ। ਇਹ ਸ਼ਾਇਦ पैसे मोड़न की गल कर रहे होंगे विजय कुमार, उदो धमकी की मिली? देख लेना, नंबर मेरे पास है, मैं भी कॉल करके बताऊंगा। तो मुझे सिर्फ ये बता दे कॉल आया कि नहीं आया। और बेटा मैं तेरे को कुछ नहीं कहना चाहता, वरना सब कुछ खराब कर दूंगा, तेरी लाइफ बर्बाद कर दूंगा। यार 1500 रुपया लैन वाले तुसीं 1500 रुपया लैन वाले 3-3000 रुपया लैन वाले तुसीं कहने हो कि मैं जिंदगी खराब कर दूं, मैं जिंदगी बर्बाद कर दूं। यार तुसीं हो कौन जिंदगी खराब करने वाले? ਤੁਸੀਂ ਹੋ ਕੌਣ ਜ਼ਿੰਦਗੀ ਬਰਬਾਦ ਕਰਨ ਵਾਲੇ? ਹਾਂ ਠੀਕ ਆ, ਸਭ ਤੋਂ ਵੱਡੇ ਗੁਨਾਹਗਾਰ ਉਹ ਨੇ, ਕਿਉਂਕਿ ਇਹ ਤਾਂ ਆਪਣਾ ਇੱਕ ਜਾਲ ਵਿਛਾਈ ਬੈਠੇ ਨੇ, ਪਰ ਉਸ ਤੋਂ ਵੱਡੇ ਗੁਨਾਹਗਾਰ ਇਦਾਂ ਦੇ ਇਨਸਾਨ ਨੇ। ਵਿਜੇ ਕੁਮਾਰ ਭਾਵੇਂ ਅੱਜ ਸਾਡੇ ਨਾਲ ਬੈਠਾ, ਪਰ ਇਹ ਸਭ ਤੋਂ ਵੱਡਾ ਗੁਨਾਹਗਾਰ ਆ ਜਿਹੜਾ ਇਹਨਾਂ ਦੇ ਜਾਲ ਦੇ ਵਿੱਚ ਫਸਿਆ। ਠੀਕ ਆ, ਫਿਰ ਇੱਕ ਦੇ ਜਾਲ ਦੇ ਵਿੱਚ ਫਸਿਆ, ਫਿਰ ਦੂਜੇ ਦੇ ਜਾਲ ਦੇ ਵਿੱਚ ਫਸਿਆ, ਫਿਰ ਤੀਜੇ ਦੇ ਜਾਲ ਦੇ ਵਿੱਚ ਫਸਿਆ। ਹੁਣ ਤੁਹਾਨੂੰ ਇਹ ਵੀ ਦੱਸਦੇ ਆ ਕਿ ਮੁੜ ਕੇ ਤੁਹਾਨੂੰ ਫਸਾਉਂਦੇ ਕਿਵੇਂ ਨੇ। ਜੇਕਰ ਤੁਹਾਡੇ ਕੋਲ ਇਹ ਨਹੀਂ ਇੱਕ, ਅੱਛਾ ਇਹਨਾਂ ਦੀ ਇੱਕ ਬਾਰਗੇਨਿੰਗ ਵੀ ਚੱਲਦੀ ਆ ਇਹਨਾਂ ਦਾ, ਜਿਹੜਾ ਹੈਗਾ ਗਾ ਕਿ ਤੋਲ ਮੋਲ ਵੀ ਚੱਲਦੀ ਆ। ਜਿਵੇਂ ਆਪਾਂ ਰੇਹੜੀ ਤੇ ਆਲੂ ਲੈਣ ਵਗ ਜਾਂਦੇ ਨਾ ਕਿ ਭਾਈ ਕਿੰਨੇ ਰੁਪਏ ਕਿਲੋ ਨੇ, 20 ਰੁਪਏ ਕਿਲੋ ਨੇ, 15 ਲੈ ਲਾ, 10 ਲੈ ਲਾ, ਉਵੇਂ ਵੀ ਚੱਲਦੀ ਆ ਤਾਂਤਰਿਕ। ਹਾਂਜੀ ਬਿਲਕੁਲ ਹੈ। ਆਹ ਦੇਖੋ, ਇਹ ਤੁਹਾਨੂੰ ਐਗਜ਼ਾਮਪਲ ਦਿਖਾ ਦਿੰਦੇ ਆ। ਇਹ 6000 ਮੰਗਿਆ ਸੀ, ਇਹ ਕਿਹੜੇ ਨੇ ਪਤਾ ਨਹੀਂ। ਲਓ ਜੀ ਦੇਖੋ, बेटे मैं 6000 नहीं मांग रहा हूँ, मैं 3000 मांग रहा हूँ। 3000 का तेरा भाई उठा रहा है। ਲਓ ਜੀ तेरी बेटी ਕਹਿੰਦਾ ਜੀ ਮੈਂ 6000 ਨਹੀਂ ਮੰਗ ਰਿਹਾ,
ਮੈਂ ਤੇਤੋਂ ਸਿਰਫ 3000 ਮੰਗ ਰਿਹਾ, 50% ਡਿਸਕਾਊਂਟ ਆ। ਕਹਿੰਦਾ ਵਿਜੇ ਕੁਮਾਰ ਸਿਰਫ ਤੇਰੇ ਲਈ, ਜਿਹੜਾ 3000 ਆ ਉਹ ਮੈਂ ਆਪਦੇ ਪੱਲਿਓਂ ਭਰੂੰ। ਉਹ ਭਰਾਵਾ ਤੂੰ ਪੱਲਿਓਂ ਕਾਹਦਾ ਭਰ ਰਿਹਾ, ਤੂੰ ਤਾਂ 4 ਗਪੌੜ ਮਾਰ ਕੇ 3000 ਆਪਦੀ ਜੇਬ 'ਚ ਪਾਉਣ ਨੂੰ ਫਿਰਦਾ। ਇਹ ਗੱਲ ਆ। ਹੁਣ ਅਗਲੀ ਤੁਹਾਨੂੰ ਸੁਣ ਲਓ ਜੀ। पहले बात सुन ध्यान से, मेरे गुरुजी की डेथ हो चुकी है, इस करके तेरी कोई बात का मैं रिप्लाई नहीं दे रहा। नहीं, मैं कोई और क्लाइंटों से बात नहीं कर रहा हूँ। मैं जो बड़े गुरुजी थे ना, उनके जो रिश्तेदारी में होते हैं, जो बड़े संत होते हैं, उनको कॉल वगैरह लगा रहा था उनके आने के लिए। समझ, तेरे पैसे चाहिए वापस हो जाएंगे, तेरे पैसे की हमें कोई जरूरत भी नहीं है, पैसों का दिखा रहा है, पैसे वापस हो जाएंगे। जो समझ तो किसी बंदे की प्रॉब्लम। ਤੁਸੀਂ ਸੁਣਿਆ ਤਾਂ ਕਹਿੰਦੇ ਤੇਰੇ ਪੈਸੇ ਚਾਹੀਦੇ ਆ, ਤੇਰੇ ਪੈਸੇ ਤੈਨੂੰ ਵਾਪਸ ਹੋ ਜਾਣਗੇ। ਪਰ ਹੁਣ ਅਸੀਂ ਇਹਨਾਂ ਤਿੰਨਾਂ ਨੂੰ ਹੀ ਕਾਲ ਲਾ ਕੇ ਦੇਖੀ ਆ, ਜਿਹਦੇ ਵਿੱਚੋਂ ਪੈਸੇ ਵਾਪਸ ਕਰਨ ਦੀ ਗੱਲ ਕਿਸੇ ਨੇ ਕੀਤੀ ਕੋਈ ਨਹੀਂ। ਪਹਿਲਾਂ ਕੀ ਕਹਿੰਦਾ ਹੈ, ਪਹਿਲਾਂ ਕਹਿੰਦਾ ਕਿ ਜੀ ਬਿਜ਼ੀ ਹੈ, 10 ਮਿੰਟਾਂ ਬਾਅਦ ਕਾਲ ਆਇਆ। ਹਾਲਾਂਕਿ 10 ਮਿੰਟ ਵੀ 1 ਮਿੰਟ ਦੇ ਵਿੱਚ ਪੂਰੇ ਹੋਣ ਵਾਲੇ ਨੇ, ਕਿਉਂਕਿ 6:38 ਤੇ ਕਾਲ ਲਾਈ ਸੀ, 6:48 ਹੋਣਗੇ। ਉਦੋਂ ਬਾਅਦ ਦੇਖਦੇ ਆ ਕਿ ਉਹਨਾਂ ਦੇ SK ਸ਼ਾਸਤਰੀ ਜੀ ਫੋਨ ਚੁੱਕਦੇ ਆ ਕਿ ਨਹੀਂ ਚੁੱਕਦੇ। ਦੂਜਿਆਂ ਨੂੰ ਲਾਈ ਆ ਕਬੀਰ ਖਾਨ ਜੀ ਨੂੰ, ਸੋਚਿਆ ਇਹ ਫੋਨ ਚੁੱਕਣਗੇ, ਗੱਲ ਕਰਨਗੇ। ਜਦੋਂ ਕਬੀਰ ਖਾਨ ਜੀ ਨੂੰ ਫੋਨ ਲਾਇਆ, ਕਬੀਰ ਖਾਨ ਜੀ ਵੀ ਕਹਿੰਦੇ ਜੀ ਕਬੀਰ ਖਾਨ ਜੀ ਬਿਜ਼ੀ ਨੇ। ਕਬੀਰ ਖਾਨ ਜੀ ਨੂੰ ਵੀ ਲਾ ਕੇ ਦੇਖਾਂਗੇ। ਨਵ ਦੁਰਗਾ ਦੇਵੀ ਜੀ, ਨਵ ਦੁਰਗਾ ਦੇਵੀ ਨਾਮ ਤੇ ਪੇਜ ਆ, ਨਵ ਦੁਰਗਾ ਦੇਵੀ ਨਾਮ ਤੇ ਇਹਨਾਂ ਦਾ ਇੰਸਟਾਗ੍ਰਾਮ ਪੇਜ ਆ। ਇਹਨਾਂ ਨੂੰ ਫੋਨ ਲਾਇਆ ਤਾਂ ਪਹਿਲਾਂ ਤਾਂ ਗੱਲ ਕਰਦੇ ਰਹੇ, ਜਦੋਂ ਇਹਨਾਂ ਤੋਂ ਹੋਰ 1-2 ਸਵਾਲ ਪੁੱਛੇ ਤਾਂ ਉਸ ਤੋਂ ਬਾਅਦ ਇਹ ਵੀ ਫੋਨ ਕੱਟ ਕੇ, ਤੇ ਫੋਨ ਸਾਡਾ ਇਹ ਵੀ ਨਹੀਂ ਜਿਹੜੇ ਚੁੱਕਦੇ। ਲਓ ਜੀ 48 ਹੋ ਗਏ, 6:48 ਹੋ ਗਏ, ਫੋਨ ਇੱਕ ਵਾਰੀ ਜ਼ਰੂਰ ਲਾ ਲਈਏ। SK ਸ਼ਾਸਤਰੀ ਹੋਰਾਂ ਨੇ ਸਾਨੂੰ 10 ਮਿੰਟ ਦਾ ਟਾਈਮ ਦਿੱਤਾ ਸੀ, ਉਹ 10 ਮਿੰਟ ਹੋ ਗਿਆ। ਹੁਣ ਇਹ ਦੇਖਦੇ ਆ ਵੀ 10 ਮਿੰਟ ਦਾ ਸਮਾਂ ਤਾਂ ਹੋ ਗਿਆ, ਸਾਡਾ ਫੋਨ ਚੁੱਕਦੇ ਆ ਜਾਂ ਨਹੀਂ ਚੁੱਕਦੇ। ਮੈਂ ਤਾਂ ਇਹੀ ਚਾਹੁੰਦਾ ਕਿ ਫੋਨ ਚੁੱਕ ਲੈਣ ਇੱਕ ਵਾਰੀ, ਕੱਲ੍ਹ ਕਿਰਪਾ ਕਰਕੇ ਸਾਡੇ ਨਾਲ ਜਿਹੜੇ ਹੈਗੇ ਉਹ ਕਰ ਲੈਣ। ਫੋਨ ਦੀ ਰਿੰਗ ਤਾਂ ਜਾ ਰਹੀ ਆ, ਭਾਵ ਸਾਡਾ ਨੰਬਰ ਇਹਨਾਂ ਨੇ ਬਿਜ਼ੀ ਤਾਂ ਨਹੀਂ ਕੀਤਾ, ਜਾਂ ਜਿਹੜਾ ਹੈਗਾ ਬਲੌਕ ਤਾਂ ਨਹੀਂ ਕੀਤਾ। ਇੰਨਾ ਕੁ ਤਾਂ ਹਾਲੇ ਸ਼ੁਕਰ ਆ, ਬਲੌਕ ਸਾਡਾ ਨੰਬਰ ਨਹੀਂ ਕੀਤਾ। ਪਰ ਮੈਨੂੰ ਲੱਗਦਾ, ਜਿੱਥੋਂ ਤੱਕ ਮੈਨੂੰ ਆਈਡੀਆ, ਫੋਨ ਨਹੀਂ ਚੁੱਕਣਗੇ, ਕਿਉਂਕਿ ਇੱਕ ਕੋਈ ਚੇਲਾ ਚਪਟਾ ਨਹੀਂ ਬੋਲ ਰਿਹਾ ਇਹਨਾਂ ਦਾ ਕੋਈ ਇਹਨਾਂ ਦੇ ਕਹਿਣ ਅਨੁਸਾਰ ਸ਼ਿਸ਼ਿਆ, ਸ਼ਾਇਦ ਜਿਹੜਾ ਸ਼ਿਸ਼ਿਆ ਸ਼ਬਦ ਆ ਇਹ ਉਹਨੂੰ ਵੀ ਦਾਗ ਲਾ ਰਹੇ ਨੇ। ਸ਼ਿਸ਼ਿਆ ਕਹਿ ਕੇ ਨਾ ਉਹਨੂੰ ਵੀ ਦਾਗ ਲਾ ਰਹੇ ਨੇ। ਇਹ ਅਸਲ ਦੇ ਵਿੱਚ ਠੱਗ ਰਲੇ ਹੁੰਦੇ ਨੇ। ਨੋਟ ਆਨਸਰਿੰਗ। ਹੁਣ ਇਹ ਤੁਹਾਡਾ, ਹੁਣ ਇਹ ਸਾਡਾ ਨੰਬਰ ਕਦੇ ਵੀ ਨਹੀਂ ਚੁੱਕੂਗਾ। ਇੱਕ ਤੁਹਾਨੂੰ ਹੋਰ ਵੀ ਦੱਸ ਦੇਵਾਂ, ਤੁਸੀਂ ਕਦੇ ਵੀ ਪਰਤਿਆ ਕੇ ਦੇਖਣਾ ਹੋਵੇ ਨਾ ਤਾਂ ਇਹਨਾਂ ਨੂੰ ਇੱਕ ਵਾਰੀ ਕਾਲ ਲਾਇਓ। ਜੇਕਰ ਤੁਸੀਂ ਇਹਨਾਂ ਤੋਂ ਕੋਈ ਸਰਵਿਸ ਲੈਣੇ ਹੋ, ਕੋਈ ਇਹਨਾਂ ਦੇ ਝਾਂਸੇ ਦੇ ਵਿੱਚ ਸਰਵਿਸ ਨਹੀਂ, ਮੈਂ ਸਰਵਿਸ ਵੀ ਨਹੀਂ ਕਹੂੰਗਾ, ਇਹ ਕਹੂੰਗਾ ਕਿ ਜਿਹਨਾਂ ਦੀ ਠੱਗੀ ਦੇ ਵਿੱਚ ਆਉਣੇ ਹੋ ਤਾਂ ਫਿਰ ਤਾਂ ਇਹ ਤੁਹਾਡੀ ਫੋਨ ਚੁੱਕਦੇ ਰਹਿਣਗੇ। ਪਰ ਜੇਕਰ ਇੱਕ ਵਾਰੀ ਬੰਦਾ ਇਹਨਾਂ ਤੋਂ ਕੋਈ 4 ਸਵਾਲ ਪੁੱਛ ਲਵੇ ਤਾਂ ਉਸ ਤੋਂ ਬਾਅਦ ਇਹ ਤੁਹਾਡਾ ਫੋਨ ਜਿਹੜਾ ਉਹ ਸਿੱਧਾ ਬਲੌਕ ਕਰਦੇ ਨੇ, ਤੁਹਾਡਾ ਫੋਨ ਜਿਹੜਾ ਨਹੀਂ ਚੁੱਕਦੇ। ਲਓ ਜੀ ਇਹ ਵੀ ਦੱਸ ਦੇਵਾਂ ਕਿ ਇਹਨਾਂ ਦਾ ਦਿੱਤਾ ਹੋਇਆ ਸਮਾਂ ਸੀ, ਇਹਨਾਂ ਦੇ ਦਿੱਤੇ ਹੋਏ ਸਮੇਂ ਦੇ ਅਨੁਸਾਰ, ਇੱਕ ਵਾਰੀ ਫੋਨ ਕੱਟ ਲਿਓ, ਇਹਨਾਂ ਦੇ ਦਿੱਤੇ ਹੋਏ ਸਮੇਂ ਦੇ ਅਨੁਸਾਰ ਅਸੀਂ ਕਾਲ ਲਗਾਈ ਆ। ਸਾਡਾ ਫੋਨ ਇਹ ਨਹੀਂ ਚੁੱਕਣਗੇ। ਕਬੀਰ ਖਾਨ ਜੀ ਨੂੰ ਇੱਕ ਵਾਰੀ ਫਿਰ ਕਬੀਰ ਖਾਨ ਜੀ ਹੋਰਾਂ ਨੂੰ ਲਾ ਕੇ ਦੇਖ ਲੈਣਾ, ਉਹ ਕਹਿੰਦੇ ਸੀ ਕਿ ਮੈਂ ਬਿਜ਼ੀ ਆ। ਕਬੀਰ ਖਾਨ ਜੀ ਹੋਰਾਂ ਨੂੰ ਫੋਨ ਲਾਉਣੇ ਆ 73 ਤੇ ਮੈਂ ਫੋਨ ਨੰਬਰ ਜਿਹੜੇ ਆ ਉਹ ਜ਼ਰੂਰ ਦੇਵਾਂਗਾ। ਤਾਂ ਇਹ ਵੀ ਹੋ ਸਕਦਾ ਸ਼ਾਇਦ ਇਹ ਕਿਸੇ ਹੋਰ ਨੂੰ ਬਿਜ਼ੀ ਕਰਤਾ। ਮਤਲਬ ਲਾਈਵ ਐਕਸਪੈਰੀਮੈਂਟ ਤੁਹਾਨੂੰ ਦਿਖਾਇਆ ਆ ਕਿ ਲਾਈਵ ਵਿਜੇ ਸਾਡੇ ਕੋਲ ਆਏ ਨੇ। ਵਿਜੇ ਨੇ ਮੈਨੂੰ ਕਿਹਾ ਸੀ ਕਿ ਬਾਈ ਤੁਸੀਂ ਕਾਲ ਲਾ ਕੇ ਦੇਖ ਲਓ। ਮੈਂ ਕਿਹਾ ਮੈਂ ਪਹਿਲਾਂ ਕਾਲ ਨਹੀਂ ਲਾਉਂਗਾ, ਇਹਨਾਂ ਨੂੰ ਚੱਲਦੀ ਇੰਟਰਵਿਊ ਦੇ ਵਿੱਚ ਲਾਉਂਗਾ, ਕਿਉਂਕਿ ਜੇ ਪਹਿਲਾਂ ਕਾਲ ਲਾ ਲਈ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ, ਕਿਉਂਕਿ ਸਾਨੂੰ ਪਤਾ ਹੁੰਦਾ ਕਿ ਇਹ ਠੱਗ ਨੇ। ਮਤਲਬ ਜਿਹੜੇ ਕਹਿੰਦੇ ਨੇ ਕਿ ਮੈਂ ਇਹਨੂੰ ਵਸ ਦੇ ਵਿੱਚ ਕਰ ਲੂੰਗਾ, ਮੈਂ ਵਸ਼ੀਕਰਨ ਕਰ ਦੂੰਗਾ, ਜਾਂ ਮੈਂ ਹੋਰ ਤੰਤਰ ਵਿਦਿਆ ਜਿਹੜੀਆਂ ਕਰ ਦੂੰਗਾ। 1500 ਤੇ 750 ਦੇ ਵਿੱਚ, 1000 ਦੇ ਵਿੱਚ ਵੱਖ-ਵੱਖ ਤੁਹਾਨੂੰ ਇੰਸਟਾਗ੍ਰਾਮ ਦੇ ਉੱਪਰ ਮਿਲ ਜਾਣਗੇ, ਫੇਸਬੁੱਕ ਦੇ ਉੱਪਰ ਮਿਲ ਜਾਣਗੇ, ਵੱਖ-ਵੱਖ ਚੈਨਲਾਂ ਤੇ ਐਡ ਜਿਹੜੀਆਂ ਨੇ ਉਹ ਵੀ ਚੱਲ ਰਹੀਆਂ ਹੁੰਦੀਆਂ ਨੇ। ਤਾਂ ਸਾਡਾ ਕਹਿਣ ਦਾ ਮਕਸਦ ਇਹੀ ਸੀ ਕਿ ਭਾਈ ਜੀ ਤੋਂ ਬਚਿਆ ਜਾਂਦਾ ਬਚੋ, ਇਹਨਾਂ ਤੋਂ ਬਚੋ, ਇਹਨਾਂ ਠੱਗਾਂ ਤੋਂ ਬਚੋ। ਵਿਜੇ ਕੁਮਾਰ ਕਹਿੰਦਾ ਕਿ ਮੇਰੇ ਤਾਂ ਪੈਸੇ ਚੱਲ ਗਏ, ਮੈਂ ਹੁਣ ਦੂਜਿਆਂ ਨੂੰ ਬਚਾਉਣਾ ਹੀ ਚਾਹਣਾ ਕਿ ਜਿਹੜਾ ਕੋਈ ਬਚ ਜੇ, ਮੇਰੇ ਤਾਂ ਪੈਸੇ ਚਲੇ ਗਏ। ਇੱਕ ਹੋਰ ਵੀ ਦੱਸ ਦੇਵਾਂ, ਜਿਹੜੇ ਅਸੀਂ 3 ਪਰਤਿਆਏ ਆ, ਜਿਹੜੇ ਹੁਣ ਇੱਥੇ ਫੋਨ ਕਾਲ ਲਾਈ ਸੀ, ਉਹ ਇਸ ਵੇਲੇ TV ਸਕਰੀਨ ਦੇ ਉੱਪਰ ਇਹਨਾਂ ਦੇ ਇੰਸਟਾਗ੍ਰਾਮ ਪੇਜ ਤਿੰਨਾਂ ਦੇ ਇੰਸਟਾਗ੍ਰਾਮ ਪੇਜ ਨੇ, ਤੇ ਨਾਲ ਇਹਨਾਂ ਦੇ ਫੋਨ ਨੰਬਰ ਵੀ ਜਿਹੜੇ ਹੈਗੇ ਨੇ ਪਾਏ ਹੋਏ ਨੇ। ਤੇ ਫੋਨ ਨੰਬਰ ਅਸੀਂ ਜ਼ਰੂਰ ਪਾਵਾਂਗੇ, ਜਦੋਂ ਜਿਹੜੇ ਨੂੰ ਕਾਲ ਲੱਗਿਆ ਕਰੂ ਉਹਦਾ ਨੰਬਰ ਉੱਥੇ ਚੱਲੂਗਾ। ਤਾਂ ਤੁਸੀਂ ਵੀ ਹੋ ਸਕਦਾ ਸਾਡੇ ਸਵਾਲ ਨੂੰ ਚੰਗੇ ਨਾ ਲੱਗੇ ਹੋਣ, ਤਾਂ ਕਰਕੇ ਫੋਨ ਜਿਹੜਾ ਹੈਗਾ ਉਹ ਇਹਨਾਂ ਨੇ ਕੱਟਤਾ ਹੋਵੇ। ਤੁਸੀਂ ਵੀ ਇਹਨਾਂ ਨੂੰ ਕਾਲ ਕਰਕੇ ਜਿਹੜਾ ਹੈਗਾ ਉਹ ਪੁੱਛ ਸਕਦੇ ਹੋ। ਤੁਸੀਂ ਆਪਦੇ ਨੰਬਰ ਤੋਂ ਵੀ ਕਾਲ ਜਿਹੜਾ ਲਾ ਲਿਓ ਜੀ। SK ਸ਼ਾਸਤਰੀ ਹੋਰਾਂ ਦਾ ਕਾਲ ਆ ਗਿਆ ਸਾਡੇ ਕੋਲੇ। हेलो, SK ਸ਼ਾਸਤਰੀ ਜੀ ਗੱਲ ਕਰ ਰਹੇ ਹੋ जी? ਸ਼ਾਸਤਰੀ ਜੀ ਸਤਿ ਸ਼੍ਰੀ ਅਕਾਲ। सत श्री अकाल। ਸ਼ਾਸਤਰੀ ਜੀ ਜਸ ਗਰੇਵਾਲ ਗੱਲ ਕਰ ਰਹੇ ਹਾਂ RMB ਟੈਲੀਵਿਜ਼ਨ ਤੋਂ। हिंदी में बोलिए साहब। ਸਰ ਜੀ ਪੰਜਾਬੀ ਦੇ ਤੁਸੀਂ ਕਿੱਥੋਂ ਜੀ? हम राजस्थान से बात कर रहे हैं। ਰਾਜਸਥਾਨ से?
चलो ठीक है, कोई बात नहीं। आरएमबी टेलीविजन से बात कर रहा हूँ, जस करेवाल। अभी इंटरव्यू चल रहा है और आप लाइव हो जी और हमारे पास एक आपका क्लाइंट बैठा है, विजय कुमार नाम है उनका। जी। इनका इल्जाम ये है कि आप लोगों ने नियर अबाउट 10,000 रुपए इनसे ले लिया। जी ठीक है, जब ये पैसे अपने वापस बात करते हैं कि मेरे पैसे मुझे वापस दो, तो उसके बाद बोल देते हो कि आपको जो करना है कर लीजिए, हम आपका पैसा आपको वापस नहीं देंगे। क्या बात है? वो आपके पास ही है अभी? जी बिल्कुल मेरे पास ही है। अपना स्पीकर ऑन कीजिए, तो बात बोल रहा हूँ, उसको एक बार सुनाइए आप। लो जी लो, स्पीकर ऑन ही है सर, ये लीजिए। हेलो, नहीं, आपसे एक बात मैं आपसे ही करूंगा। हाँ सुनिए सर, बताइए बताइए सर, बताइए तो बताइए मैं गलत बोलूंगा तो उनसे ये बोलना कि यस है कि गलत है, सही है कि गलत मेरी सर। बात? उनके हाथ में ही फोन है, बोलो बोलो बताइए। बोलो बोलो। हेलो, उनका पहले बात तो रुपए आ रहे 7,300। किसका? सही गलत? ठीक है, 7,300 आपकी बात मान लेते हैं, 7300 रुपए है, मान लिया जी। ओके, फिर उसका काम वाला हुआ या ना हुआ कि हम भगवान नहीं है, काम है कर देते हैं। अगर नहीं हुआ तो कोई बात नहीं, उनको मैंने बोला कि आप मुझे टाइम दीजिए। अच्छा एक सर एक मिनट। अभी आपने बोला कि हम काम हुआ या ना हुआ हम भगवान नहीं है, ठीक है, तो लेकिन तो एक मिनट सर मेरी सुनिए, तो आपके जो पोस्टर होते हैं उन पे आप क्यों लिखते हैं 100% श्योरिटी, पहले अजमाएं, वो क्यों लिखते हो? तो उस पे आप क्यों नहीं लिखते कि हम भगवान? उस पे आपने आपके एक पोस्टर मेरे को ऐसा दिखला दीजिए जिसपे आपने ये लिखा हो कि हम भगवान नहीं है। मैं क्या बोलता हूँ? नहीं सर, मैं आपका कोई पोस्टर है जिसपे आपने ये लिखा है कि मैं हम भगवान नहीं है? ऐसा नहीं है। तो मैं फिर क्या बोलता हूँ, आपने काफी लोग- सर आपने आप प्लीज शास्त्री जी, आपने किसी पोस्टर पे लिखा है या नहीं लिखा? नहीं, ये नहीं लिखा हुआ नहीं है। लिखा, ठीक है, डन। और आप 100% श्योरिटी हर पे बोलते हो। अगर अभी आपको फोन लगा रहे हैं तो आप बोल रहे हो कि हम भगवान नहीं है, तो फिर आप ये पोस्टर पे क्यों नहीं लिखते? और दूसरी बात ये बताइए, जब पहले आपको कोई भी आपकी सर्विस के लिए, जो आप सर्विस बोलते हो, आप तंत्र विद्या जो भी बोलते हो आप, है ना, उसके लिए कॉल लगाता है, आप उसको पहले ये बोलते हो कि हम भगवान नहीं है? नहीं, ये नहीं बोली तो जाती। फिर जब बंदा पैसे वापस लेगा तभी बोलते हो? नहीं, मैंने उसको ये बात बोला ही नहीं है। मैंने उसको क्या बोला, आप मुझे टाइम दीजिए, मैं आपका पैसे रिटर्न करूंगा। तो उन्होंने क्या बोला कि नहीं मुझे आज सर काम अच्छा, पहले- कितना टाइम चाहिए आपको? उसको मैंने 1.5 महीने के लिए ओके, बोला। डन डन। शास्त्री जी एक बात बताइए, जब आपने पैसे उससे लिए थे उसको बोला था 1.5 महीने बाद दे देना, मैं सर्विस दे देता हूँ अभी? नहीं तो उस टाइम जब काम की, तो आपने इसका काम में क्या है कि सामग्री में मैंने पैसे लगा दिए। हाँ। ठीक है, ये तो है नहीं, उनसे मैंने पैसे लिए। सर आप मेरे को सामग्री नोट करवाएंगे क्या प्लीज? मैं देता हूँ, मैं भी देखूं 7300 की कौन सी सामग्री आती है। देखो सामग्री कुछ भी, उसको पूरा लाइव दिखाया हुआ है। जो नहीं मैंने मेरे सर मेरे को तो आप बता तो दीजिए ना। आपको, आप शास्त्री हैं, हर दिन आपको तो ऐसी पूजा होती होगी, तो आप मेरे को बता तो दीजिए ना प्लीज, कौन कौन सी सामग्री थी जो 7,300 की आई थी। मैं भी तो जाके किसी शास्त्री जी से बात कर लूं, किसी पंडित जी से बात कर लूं, उनसे पूछूं कि भाई 7,300 की आती है। बोलिए प्लीज आप क्या मैंने क्या उसको लाइव दिखाया है। मैंने सर जी, तो मेरे को भी तो बता सकते हो ना आप। आपने उनको लाइव, मैं मान गया शास्त्री जी, आपने उनको लाइव दिखाया, तो अभी लाइव भी तो आप बता दीजिए। तो बता रहा हूँ ना, 108 नारियल लगाया था। ठीक है, तो वो नहीं लगा। ठीक है जी, बस वही लगा आपका? उसको वीडियो कॉल दिखाया कि नहीं दिखाया? सर वही लगा आपका, 108 नारियल लगे? नारियल लगा, इसके अंदर और तोकिया वगैरह कुछ सामग्री होती है। हाँ। उस पूरा तो पूरा जब का काम होता है तो उसके हिसाब से अच्छा, लिस्ट बना के- तो आपने बोला कि जितना आपने पैसा लिया उसका सामग्री लग गया पूरा? बिल्कुल, लेकिन फिर भी मैंने उसको बोला कि नहीं अगर सर एक मिनट, तो आप कितने पैसे वापस कर रहे हो अभी? आपकी मान लेते हैं, आप बोल रहे हो कि 1.5 महीने बाद पैसे वापस करोगे, कितने पैसे वापस करोगे? वो मेरे पास तो इसका 1 रुपये भी नहीं बचता है। ठीक है, नहीं सर, लेकिन आपने अभी मेरे अभी भी बोला है कि आप 1.5 महीने का समय दिया, तो मेरे को ये तो बता दीजिए कितने पैसे वापस कर रहे हो? देखो बात ये है कि मैं जितना बनेगा मेरे से उतना सर मैं आपको जितना नहीं बनेगा, आप एक अमाउंट तो बता दीजिए ना प्लीज, कितना वापस कर रहे हो? 3 मतलब हाफ पेमेंट तक मान के चलो आप। हाफ पेमेंट आप वापस कर दोगे पक्का? हाँ, वो भी 1.5 महीने बाद। ओके। और शास्त्री जी मुझे एक बात और बता दीजिए, अभी आपने बोला कि जितना पैसा लिया उसका सामग्री लग गया, मेरे पास एक भी नहीं बचा, जी बोला ना? मेरे को ये बताइए, इतना बेवकूफ कौन होगा जो अपनी जेब से उसके बाद पैसा वापस हाफ कर देगा? अगर चलो आपकी मान लेते आपसे सामग्री लगी, तो आप इतने पागल हो क्या? तो फिर हाफ पेमेंट वापस कौन कर देगा? कौन करेगा? मेरे को ये बताइए। आप अपनी जेब से वापस लो जी। ਇਹ ਇਹਨਾਂ ਦਾ ਐਸਕੇ ਸ਼ਾਸਤਰੀ ਸੀ, ਤਿੰਨੇ ਭੱਜੇ ਆ। ਇੰਟਰਵਿਊ ਦੇ ਵਿੱਚ ਕਾਲ ਕੀਤੀ ਸੀ ਤਿੰਨਾਂ ਨੂੰ, ਤਿੰਨੇ ਦੇ ਤਿੰਨੇ ਇਹ ਭੱਜੇ ਆ। ਹੁਣ ਸਿੱਧਾ ਕਹਾਂਗੇ ਇਹ ਠੱਗ ਨੇ, ਇਹ ਚੋਰ ਨੇ, ਇਹ ਫਰਾਡ ਨੇ, ਇਹ ਪੈਸੇ ਲੁੱਟਦੇ ਆ, ਹੋਰ ਕੰਮ ਇਹਨਾਂ ਦਾ ਕੱਖ ਵੀ ਨਹੀਂ ਹੁੰਦਾ। ਹਾਲਾਂਕਿ ਇਹਨਾਂ ਦੇ ਲੋਕੇਸ਼ਨਾਂ ਪੰਜਾਬ ਹੀ ਨੇ। ਇਹ ਆਪਦੇ ਆਪ ਨੂੰ ਸ਼ਾਸਤਰੀ ਕਹਾਉਣ ਦੇ ਮਾਰੇ ਇਹ ਨਾ, ਮਤਲਬ ਸ਼ਾਸਤਰੀ ਸ਼ਬਦ ਆ ਜਿਹੜਾ ਉਹਨੂੰ ਵੀ ਦਾਗ ਲਾਉਂਦੇ ਨੇ, ਪੰਡਿਤ ਸ਼ਬਦ ਆ ਜਿਹੜਾ ਇਹ ਉਹਨੂੰ ਵੀ ਦਾਗ ਲਾਉਂਦੇ ਨੇ। ਲਓ ਜੀ, ਆ ਗਿਆ ਫੋਨ, ਆਪਾਂ ਸੁਣਦੇ ਹਾਂ। ਹਾਂਜੀ ਸ਼ਾਸਤਰੀ ਜੀ,
हेलो बोलिए। हाँ जी, हाँ जी। हाँ, बोलिए। कौन बात कर रहे हो? अब जो अभी पहले कर रहा था वही बात कर नहीं, रहा वो तो नहीं हो सर आप। इतनी आवाज तो मैं ही पहचान सकता हूँ। हूँ। फिर आप लाइव दिखाई नहीं रहे हो। नहीं, क्या मैं बात- लाइव ही दिखा रहा हूँ सर। पहले कौन बात कर रहा है, अभी कौन बात कर रहा है? आप कौन बात कर रहे हो? जो अभी इतनी देर पहले आपसे बात ठीक कर है, रहा था। तो कितने पैसे वापस करने की बात हुई थी? बोला मैं हाफ पेमेंट कर दूंगा। ओके, टोटली इनका कितना गया हुआ आपके पास? 7,300 रुपए। 7,300 रुपए गया हुआ आपके पास, और हाफ पेमेंट आप वापस कर दोगे। आपने ये भी बोला है कि मैंने जो है पूरे का पूरा पैसा लग गया। जी बिल्कुल। हाँ, तो फिर आप हाफ क्यों वापस करोगे? जब आप पूरा लग गया आप अपनी जेब से वापस कर दोगे। अभी ये बोल रहा है कि रोज गाली देता है कि आप करोड़पति नहीं बनोगे और वो नहीं बनोगे और वो नहीं बनेगे, तो हाँ ये भी आप बात कर रहे हो, तो अगर ये प्यार से बात आप बोला कि ठीक है इसके लग गया आप दे दो, तो एक बात ठीक है दे देते हैं। नहीं, तो फिर मैं तो वही बोल रहा हूँ ना कि देखिए, बंदे ने आपको एकदम से पैसा दे दिया, एकदम से बंदे ने आपको पैसा दे दिया, ठीक है। अभी आप वापस करने के लिए 1.5 मंथ मांग रहे हो, बंदा बोल रहा है कि मेरे को तो अभी जरूरत है, तो फिर क्या करे बताइए? अभी तो नहीं हो पाएगा सर। अभी तो नहीं हो पाएगा। तो ये फिर बात बिल्कुल बोली रही है, आपको बोल रहा हूँ। नहीं, तो फिर ये तो सर सीधा फ्रॉड हुआ। कैसा फ्रॉड हो गया? तो फिर पैसे लूट रहे हो, और क्या हुआ? पैसे लूटने वाला कौन सा तो काम है? और क्या है सर, और क्या है? तो फिर मैंने तो अच्छा, बोला कि तो नहीं पैसे तो और क्या है? अच्छा, आप मेरे को अपना पूरा एड्रेस बता दीजिए, आपसे मिलना हो कहाँ पे आए? राजस्थान अजमेर डिस्ट्रिक्ट पुष्करधाम आदित्य आश्रम। कहाँ पे सर? थोड़ा सा धीरे बताइए, ये रिकॉर्ड हो रहा है, थोड़ा धीरे। राजस्थान अजमेर डिस्ट्रिक्ट पुष्करधाम। पुष्करधाम, वहां पे अगर आपको मिलना हो तो आप वहां पे आओगे। और आपकी ब्रांचेस कहीं कहीं पे और होती है? नहीं। ओके, अच्छा ठीक है। अच्छा, तो आप मेरे को अभी प्लीज थोड़ा सा अपनी सर्विस के बारे में बताओगे, क्या क्या सर्विसेज है वो आप दे रहे हो? मैं जितना बता चुका हूँ कि आपका तो पेमेंट है वो 1.5 नहीं, महीने में मेरे को तो बता दिए सर, सर्विस कौन कौन सी दे रहे हो आपने? वशीकरण है, जो काला जो, वो आप सब करते हो? नहीं, मैं तो जो करना था उसका कर दिया आप लोगों का। उन्होंने वशीकरण का बोला है कि वशीकरण करते हैं। वशीकरण करते हो ना आप? हाँ, मतलब किसी को वश में करना हो वो करते हो आप? जी। तो मतलब वो 101% हो जाता है क्या किसी को वश में करना हो तो? नहीं होता है। नहीं होता है? जितना होता है उतना करते हैं। नहीं, मतलब वही है ना। तो फिर वशीकरण का मतलब क्या है, आप मेरे को वो समझाओगे प्लीज? मुझे जितना था उसका कर दिया, उसमें जब सर नहीं मैं हुआ वही तो बोल रहा हूँ ना, आपने बोला कि वशीकरण करते हैं, मैंने पूछा वश में करते हो, आपने बोला करते हैं। मैंने पूछा 101% करते हो, आपने बोला नहीं करते हैं। मेरे को ये नहीं समझ में आ रहा है कि आप वशीकरण करते हो या नहीं करते। मैं बोल रहा हूँ आपको करवाना नहीं, आपको सिर्फ पैसे लेना था। सर फिर हम तो, आप देखो, अभी आपने अपनी सर्विस डाली हुई है, हमारा ये तो बनता है ना कि हम आपको जब डिक्लेयर करें कि ये आप ठग हो या नहीं, तो उसके लिए आपको हमें डिटेल में जानकारी तो चाहिए ना, वो तो ले लें हम। हाँ तो ले लेना, आपको क्या चाहिए? नहीं, आपको डिटेल में जानकारी नहीं हो सर, वो तो विजय कुमार के साथ जो ठगी हुई उसका है, वो भी आप हाफ बोल रहे हो कि मैं हाफ नहीं दूंगा, मैं हाफ दूंगा। हाँ तो मैं वही बोल रहा हूँ कि आपने बोला है कि वशीकरण आप करते हो, 100% बंदे को अपने वश में आ जाता है या नहीं आता है? लो जी, ਇਹ ਕੱਟ ਗਿਆ। ਹੁਣ ਤੁਹਾਨੂੰ ਇੱਕ ਹੋਰ ਵੀ ਗੱਲ ਦੱਸ ਦੇਵਾਂ, ਔਨ ਰਿਕਾਰਡ ਇਹ ਬੰਦਾ, ਇਹ ਇਨਸਾਨ ਔਨ ਰਿਕਾਰਡ ਇਹ ਕਬੂਲਿਆ ਕਿ ਮੈਂ ਪੈਸੇ ਲਏ ਆ 7300 ਰੁਪਏ ਔਨ ਰਿਕਾਰਡ ਕਬੂਲਿਆ। ਬਾਈ 7300 ਹੀ ਹੈ ਕਿ ਵੱਧ ਘੱਟ? 7300 ਇੱਥੇ ਜਿਹੀ ਆ, ਇਹ ਪੈਸੇ ਗਏ ਹੋਣੇ। ਇਹ ਕਹਿੰਦਾ ਮੈਂ ਹਾਫ ਪੇਮੈਂਟ ਵਾਪਸ ਕਰੂੰਗਾ, ਪਰ ਹਾਲਾਂਕਿ ਮੈਂ ਤੁਹਾਨੂੰ ਇਹ ਦੱਸ ਦੇਵਾਂ ਅੱਜ ਤੋਂ, ਲਓ ਜੀ ਫਿਰ ਆ ਗਿਆ ਦੁਬਾਰਾ ਕਾਲ। हाँ जी, बोलिए जी, बोलिए जी, बोलिए। अब सुन लो मेरी बात। बोलिए सर, बोलिए। आपके 45 दिन गिन लेना, उसके बाद कॉल कर लेना, इसका हाफ पेमेंट दे दूंगा मैं, ठीक है? जी सर, मैं तो वो तो बात ही खत्म होगी। आपने बोल दिया 1.5 महीने बाद पेमेंट आ जाएगी, वो तो बात खत्म होगी। मैं तो आपकी बात को खत्म मैं तो आपकी सर्विस के बारे में जानना चाहता हूँ, वो तो बता दीजिए। कोई सर्विस नहीं है, ठीक है? आप कोई वशीकरण नहीं करते? नहीं करते। और कोई तांत्रिक वगैरह कुछ करते हो आप? नहीं करते। और क्या करते हो फिर आप? वो पोस्टर करते हैं मंदिर में। नहीं, वो तो लेकिन जो आपका पोस्टर है वो मैं आपको सेंड कर दो, तो उस पर सब कुछ लिखा हुआ है, मनचाहा प्यार पाएं, हस्बैंड का जो भी है रिश्ता टूट रहा है वो आप जुड़वाएं, 100% सोल्यूशन होगा। अच्छा, वो आपने लिखा हुआ है, वो करते हो या नहीं? पोसा बाड़ी के अंदर आता है वो। नहीं, वो आप करते हो, लेकिन वशीकरण भी लिखा हुआ, मैं आपको भेज देता हूँ, आपका पोस्टर भेज देता हूँ। आपको पोसा बाड़ी के अंदर आता है बेटा। मैं वही बोल रहा हूँ, मैं पोस्टर भेज देता हूँ आपको, आपने लिखा हुआ है वशीकरण। नहीं, मैंने भेजा था उनको। आपने नहीं भेजा था ना? हाँ, उसी पे मैं वही बोल रहा हूँ शास्त्री जी, उसी पे लिखा हुआ कि आप वशीकरण करते हो। अभी आप बोल रहे हो मैं नहीं करता। करो या ना करो, लेकिन आप तो इस बात का क्या मतलब? नहीं, आप सर्विस दे रहे हो, मैं आपको जो करना है वो कर लो, मेरी बात सुन लो ही। हाँ, 1 रुपया नहीं मिलेगा। 1 रुपया नहीं मिलेगा। वो तो सर वो तो हमें पता था कि आप ठग हो, वो हमें पता था कि आप फ्रॉड हो, वो हमें पता था, उसका कोई इश्यू नहीं है।
हमें पता था आप 1.5 महीने बाद क्या 1.5 साल बाद भी एक पैसा नहीं दोगे, वो हमें पूरा मालूम था। और जो लोकेशन बताई आपकी वो लोकेशन सही भी नहीं है, हमें ये भी मालूम है। और आप एक दिन में हजारों को ठगते हैं, हमें ये भी मालूम है, आप पूरे ठग हो सर। लेकिन ये बात बता रहा हूं कि भाई पैसा कमाने में ना किसी बंदे का खून पसीना एक हो जाता है, प्लीज वो देख लिया करो। आपने 7300 ले लिया, यहाँ पे ऐसे बहुत इंसान हैं जिनकी सैलरी एक महीने की 7300 है भी नहीं। अगर आप गरीब के चूल्हे पे निगाह मारोगे ना सर, गरीब के चूल्हे पे निगाह मारोगे तो 7300 में 2 या 3 चूल्हे चलेंगे, और आपने उनके चूल्हे पे लात मारी है सर। मैं ये बता रहा हूं, देखिए मेरी शास्त्री जी, मेरी आपसे कोई निजी दुश्मनी नहीं है, मैं आपको जानता तक नहीं हूं। मैं ये बोल रहा हूं कि अगर भगवान ने हाथ दिए हैं, पैर दिए हैं, कृपया बहुत काम है, काम से कमा लीजिए, ऐसे ठगी फ्रॉड इससे मत कमाइए, मेरी ये बेनती है। और मेरे पास साथ विजय कुमार बैठा है, वो बोल रहा है कि मैं तो पैसे भूल गया, वो पैसे भूल चुका है और आप दोगे भी नहीं, हमें वो पहले ही पता था। लेकिन हम इसीलिए आपका जो पोस्टर है वो शेयर कर रहे हैं ताकि जो और लोग हैं ना, जो और लोग देख रहे हैं वो आपकी ठगी में ना आए। इनका 7300 गया, लेकिन शायद इसके बदले हम 73,000 लोग जो आपको और 10 बंदे 7300 देते, शायद वो बच जाए। हम उसलिए ये कर रहे हैं। और कभी एकांत में बैठ के सोचना जरूर कि जो 7300 लिया है, कितने परिवार का चूल्हा उससे चल सकता था, जो आपने बिना वजह ले लिया। ठीक है ना, सोचना जरूर सर इसके लिए। आप आए हो, अगर भगवान आपने जन्म लिया है तो आपने फ्रॉड के लिए, ठगी के लिए जन्म लिया है या कुछ काम करने के लिए जन्म लिया है? इस चीज को सर सोच जरूर लेना। 7300 विजय कुमार भी बोल रहा है कि 7300 नहीं चाहिए, लेकिन प्लीज हमारी विनती भी माने, हमारी रिक्वेस्ट भी मान लीजिए, किसी और के साथ ऐसा मत कीजिए। हाथ पैर आपको दिए हैं, काम बहुत है, आप वो काम कर लीजिए, कोई भी काम आप कर लीजिए, लेकिन सुकून की रोटी खाएं सर। हो सकता है आप लाखों कमा रहे हो, हो सकता है आप करोड़ों कमा रहे हो, और अगर आप मेहनत की करेंगे हो सकता है आप 10,000 मंथ का कमाओ, आप 5,000 कमाओ, तो लेकिन उसके बाद आपको लोगों की सुननी नहीं पड़ेगी। ऐसे लोग आपको, आप बोल रहे हो ना कि हमें गाली देता है, सर आपको कोई भी फोन लगा के ऐसे गाली नहीं देगा, कोई नहीं देगा। आप सुकून की नींद सोगे, आप जो रोटी खाओगे ना वो मेहनत की कमाई की होगी, वो ऐसी नहीं होगी। हम लोग हर बात समझते हैं, हाँ, लेकिन उसका काम भी हो सकता था। सर मैं वही बोल रहा हूँ, काम हो सकता था। मेरे को नहीं पता आप कौन सी सर्विस दे रहे हो, कौन नहीं दे रहे हो, ठीक है। हम तो सीधा आपको बोल रहे हैं कि हम ठग मानते हैं, फ्रॉड मानते हैं। मैं आपको सीधा बोल रहा हूँ, ठीक है। ठग मानते हैं, फ्रॉड मानते हैं, मेरी तो यही बनती है। छोटा भाई मान लीजिए, बड़ा भाई मान लीजिए, ठीक है। लेकिन मैं ही बोल रहा हूँ कि मेहनत की 2 रोटी कमाओ और मेहनत की खाओ भाई, सुकून की नींद आएगी। कभी मेहनत करके कमा के देखना, खा के देखना। ये देख लेना कि अगर एक दिन में आप 10 बंदों से पैसे वो ठगते हो ना, तो कितनी इन लोगों का जो है वो उस दिन इनका क्या हाल होता होगा यार। ये बंदा अभी डिप्रेशन में है, बिल्कुल हमारे पास आया है, नौकरी इसके पास है नहीं, कहां से पूरे करेगा भाई ये पैसे, कहां से पूरे करेगा? आप जिस भगवान का जिसको भी आप मानते हो ना, जिसको भी आप मानते हो, ठीक है। मेरी बात सुनो आप। हाँ, ये बोल देना कि 1.5 महीने बाद तेरे को अपने आप कॉल कर लेंगे, ठीक है ना। 1.5 महीने बाद आप पैसे दे दोगे? बिल्कुल। अच्छा, तो जो ये ठगी ठोरी है वो छोड़ दोगे आप? वो आपको नहीं मालूम है ठगी करते हैं कि काम करते हैं। अच्छा, आपके हिसाब से आप काम करते हो? जो आपके जो भी है, जो भी नहीं है, मैंने आपको बोला कि 1.5 महीने बाद में अपने आप कॉल कर लूंगा आपको, ठीक है। मतलब हमारे हिसाब से तो भाई साहब आप बिल्कुल ठगी करते हो, आप बिल्कुल फ्रॉड हो। और मैं उसको बात कर लूंगा। हाँ। थोड़ा काम फ्रॉड हो सर, आप बिल्कुल फ्रॉड हो, ठग हो आप। ओके। हाँ, दुनिया के सबसे बड़े। ये लीजिए, ਸਮਝਾਉਣ ਦੀ ਕੋਸ਼ਿਸ਼ ਹਾਲਾਂਕਿ ਕੀਤੀ ਹੈ, ਪਰ ਮੱਝ ਦੇ ਅੱਗੇ ਬੀਣ ਵਜਾਉਣ ਦਾ ਫਾਇਦਾ ਕੋਈ ਨਹੀਂ ਹੁੰਦਾ। ਇਧਰੋਂ ਸੁਣੀ ਤੇ ਇਧਰੋਂ ਕੱਢਤੀ। ਇੱਕ ਵਾਰੀ ਫਿਰ ਦੱਸ ਦਵਾਂ, ਮੇਰੀ ਹਿੰਦੀ ਕੋਈ ਬਹੁਤੀ ਜ਼ਿਆਦਾ ਚੰਗੀ ਨਹੀਂ ਹੈ, ਅਸੀਂ ਪੰਜਾਬੀ ਬੋਲਦੇ ਰਹਿੰਦੇ ਸਾਰਾ ਦਿਨ, ਤਾਂ ਅੱਜ ਹਿੰਦੀ ਦੇ ਵਿੱਚ ਬੋਲਣਾ ਪੈ ਗਿਆ। ਬੜੀਆਂ ਸ਼ਾਇਦ ਉਤਰਾ ਚੜਾ ਹਿੰਦੀ ਦੇ ਵਿੱਚ ਵੀ ਹੋਣਾ, ਕੋਈ ਸ਼ਬਦ ਇੱਧਰ ਉੱਧਰ ਰਹਿ ਗਿਆ ਹੋਣਾ, ਉਸ ਦੇ ਲਈ ਮੁਆਫੀ ਜਿਹੜੀ ਆ ਉਹ ਜ਼ਰੂਰ ਦਿਓ। ਪਰ ਸਾਡੀ ਕੋਸ਼ਿਸ਼ ਸਿਰਫ ਇੰਨੀ ਸੀ ਕਿ ਇਹਨਾਂ ਠੱਗਾਂ ਬਾਰੇ ਤੁਹਾਨੂੰ ਜਾਣੂ ਕਰਵਾਇਆ ਜਾਵੇ। ਇਹਨਾਂ ਠੱਗਾਂ ਦੇ ਨੰਬਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਕਿਰਪਾ ਕਰਕੇ ਬਚੋ ਇਹਨਾਂ ਤੋਂ ਜਿੰਨਾ ਬਚਿਆ ਜਾਂਦਾ। ਇਹ ਤਾਂ 3 ਨੇ, ਹਾਲਾਂਕਿ ਤੇ ਬਹੁਤ ਨੇ ਠੱਗ, ਇੱਕ ਨਹੀਂ ਅੱਧਾ ਨਹੀਂ, ਬਹੁਤ ਠੱਗ ਨੇ। ਇਹ ਤਾਂ ਉਹ ਨੇ ਜਿਨ੍ਹਾਂ ਨੂੰ ਅਸੀਂ ਪਰਖਿਆ, ਜਿਨ੍ਹਾਂ ਨੂੰ ਅਸੀਂ ਲਾਈਵ ਕੈਮਰੇ ਤੇ ਲੈ ਕੇ ਜਿਹੜਾ ਹੈਗਾ ਉਹ ਤੁਹਾਨੂੰ ਦਿਖਾਇਆ ਆ। ਤਾਂ ਜੋ ਵਿਜੇ ਕੁਮਾਰ ਕਹਿੰਦਾ ਮੈਂ ਤਾਂ
ਜਿਹੜਾ ਹੈਗਾ ਉਹ ਝੱਲਿਆ, ਇਹ ਚੀਜ਼ ਮੈਂ ਤਾਂ ਝੱਲ ਰਿਹਾ, ਮੈਂ ਤਾਂ ਆਪਦੇ ਪੈਸੇ ਗਵਾਲੇ, ਹੋਰ ਕੋਈ ਆਪਦੇ ਪੈਸੇ ਨਾ ਗਵਾਵੇ। ਲਾਸਟ 1 ਮਿੰਟ ਜਾਂ 2 ਮਿੰਟ ਵਿਜੇ ਕੁਮਾਰ ਤੋਂ ਲਵਾਂਗੇ। ਵਿਜੇ ਕੁਮਾਰ, ਲੱਗਦਾ ਕਿ ਪੈਸੇ ਵਾਪਸ ਕਰ ਦੂ ਬਈ ਇਹ? ਦੇਖੋ ਮੈਨੂੰ ਤਾਂ ਨਹੀਂ ਪਤਾ ਕਿ ਇਹ ਪੈਸੇ ਵਾਪਸ ਕਰੇ ਨਾ ਕਰੇ, ਮੈਨੂੰ ਨਹੀਂ ਲੱਗਦਾ ਪੈਸੇ ਵਾਪਸ ਕਰੂਗਾ। ਜੇ ਇਹਨੇ ਇਹ 1.5 ਮਹੀਨੇ ਦਾ ਟਾਈਮ ਦਿੱਤਾ ਇਹਨੇ ਮੈਨੂੰ, ਕਿ 1.5 ਮਹੀਨੇ ਤੋਂ ਕਿੱਥੋਂ ਲਿਆਊਗਾ ਉਹ? ਜਿਹੜਾ ਬੰਦਾ ਇੰਨੀ ਠੱਗੀ ਮਾਰ ਕੇ ਪੈਸੇ ਆਪਦੇ ਕੋਲ ਇਕੱਠੇ ਕਰ ਰਿਹਾ ਹੈ, ਤੇ ਉਹ 1.5 ਮਹੀਨੇ ਬਾਅਦ, 1.5 ਮਹੀਨਾ ਬਹੁਤ ਹੁੰਦਾ ਜੀ, ਠੀਕ ਹੈ, ਉਹ ਪੈਸੇ ਕਿੱਥੋਂ ਲਿਆਊਗਾ? ਮੈਨੂੰ ਨਹੀਂ ਲੱਗਦਾ ਪੈਸੇ ਵਾਪਸ ਕਰੂਗਾ। ਵੈਸੇ ਮੈਨੂੰ ਜ਼ਰੂਰਤ ਨਹੀਂ ਪੈਸਿਆਂ ਦੀ, ਠੱਗੇ ਗਏ। ਹੁਣ ਮੈਂ ਤਾਂ ਹੁਣ ਇਹਨਾਂ ਨੂੰ ਸਿੱਧਾ ਕਹਤਾ, ਸਪਸ਼ਟ ਕਹਤਾ, ਇਹ ਸਰਵਿਸ ਦਿੰਦੇ ਨੇ, ਮੈਂ ਉਹਨੂੰ ਸਪਸ਼ਟ ਕਹਤਾ ਕਿ ਤੁਸੀਂ ਠੱਗ ਹੋ, ਫਰਾਡ ਹੋ। ਤੁਸੀਂ ਕੀ ਕਹੋਗੇ, ਵਾਕਿਆ ਦੇ ਵਿੱਚ ਕੋਈ ਸਰਵਿਸ ਦਿੰਦੇ ਨੇ? ਦੇਖੋ ਇਹ ਨਾ ਕੋਈ ਸਰਵਿਸ ਨਹੀਂ ਦਿੰਦੇਗੇ, ਕੋਈ ਸਰਵਿਸ ਨਹੀਂ ਦਿੰਦੇ। ਮੰਨ ਲਓ ਇਹਨਾਂ ਨੇ ਤੁਹਾਡੇ ਕੋਲੋਂ ਇਹ ਕਹਿਣਗੇ ਕਿ ਇਸ਼ਤਿਹਾਰ ਤੇ ਲਿਖਿਆ ਜਾਂ ਕੋਈ ਕਾਲ ਆਉਂਦੀ ਹੈ, ਇਹ ਤੁਹਾਨੂੰ ਕਹਿਣਗੇ ਕਿ 500 ਰੁਪਇਆ ਸਾਨੂੰ ਦੇ ਦਿਓ, 500 ਰੁਪਏ ਦੇ ਵਿੱਚ ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਵਾਓ। ਅਗਰ ਜਿਹੜਾ ਕੰਮ ਨਹੀਂ ਹੁੰਦਾ ਅਸਟਾਮ ਤੇ ਲਿਖ ਕੇ 101% ਸਾਡੇ ਤੋਂ ਲੈ ਲਓ। ਇੱਥੇ ਕਹਿੰਦੇ ਅਸੀਂ ਰੱਬ ਨਹੀਂ ਹੈਗੇ, ਅਸੀਂ ਰੱਬ ਨਹੀਂ ਹੈ ਨਹੀਂ, ਹੁਣ ਕਹਿੰਦੇ ਅਸੀਂ ਰੱਬ ਨਹੀਂ ਹੈ ਨਹੀਂ, ਅਸੀਂ ਕਰ ਨਹੀਂ ਸਕਦੇ, ਅਸੀਂ ਹੁਣ ਅਸੀਂ ਇਹ ਕੰਮ ਕਰ ਨਹੀਂ ਸਕਦੇ। ਕਿਉਂ ਨਹੀਂ ਕਰ ਸਕਦੇ ਬਾਈ ਜੀ? ਹੁਣ ਤੁਸੀਂ ਪੈਸੇ ਵਾਪਸ ਕਿਸ ਚੀਜ਼ ਦੇ ਕਰੋਗੇ? ਅਸੀਂ ਇਹੀ ਜਵਾਬ ਮੰਗਣੇ ਆ ਨਾ, ਕਿਉਂ ਕਰੋਗੇ ਪੈਸੇ ਵਾਪਸ? ਸੋ ਲੋਕਾਂ ਨੂੰ ਸੁਨੇਹਾ ਮੈਂ ਚਾਹੂੰਗਾ 2 ਸ਼ਬਦਾਂ ਦੇ ਵਿੱਚ ਜ਼ਰੂਰ ਦੇ ਦਿਓ, ਕੀ ਕਹਿਣਾ ਚਾਹੋਗੇ? ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਭਰਾਵੋ, ਜਿਵੇਂ ਮੈਂ ਠੱਗਿਆ ਗਿਆ ਉਵੇਂ ਤੁਸੀਂ ਨਾ ਠੱਗਿਓ, ਠੀਕ ਹੈ। ਕਹਿੰਦੇ ਆ ਨਾ ਬਦਾਮ ਖਾ ਕੇ ਨਹੀਂ, ਕਹਿੰਦੇ ਨਾ ਠੋਕਰ ਖਾ ਕੇ ਅਕਲ ਆਉਂਦੀ ਹੈ। ਕਿਉਂਕਿ ਹੁਣ ਮੇਰੇ ਵੱਜ ਗਈ, ਠੋਕਰ ਵੱਜ ਗਈ, ਚਾਹੇ ਉਹ 15,000 ਦੀ ਵੱਜੀ ਹੈ, ਚਾਹੇ 20,000 ਰੁਪਏ ਦੀ ਵੱਜੀ ਹੈ, ਵੱਜ ਗਈ। ਪੈਸੇ ਤਾਂ ਹੱਥਾਂ ਦੀ ਮੇਲ ਹੈ, ਪੈਸੇ ਦਾ ਕੋਈ ਚੱਕਰ ਨਹੀਂ ਹੈ, ਮੈਨੂੰ ਕੋਈ ਦਿੱਕਤ ਨਹੀਂ ਪੈਸਿਆਂ ਦੀ, ਆ ਜਾਊਗਾ। ਪਰ ਮੈਂ ਲੋਕਾਂ ਨੂੰ ਜਾਗਰੂਕ ਕਰਾਉਣ ਦੇ ਪਿੱਛੇ ਹੀ 3 ਵਾਰੀ ਪੈਸੇ ਗਾਲੇ ਆਪਦੇ, 3 ਵਾਰੀ 7-7,000, 10-10,000, 5-5,000 ਰੁਪਇਆ ਮੈਂ 3 ਵਾਰੀ ਗਾਲਿਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ। ਕਿਉਂਕਿ ਦੇਖੋ ਮੈਂ ਤਾਂ ਹੁਣ ਇਸ ਦਲਦਲ 'ਤੇ ਫਸ ਹੀ ਗਿਆ ਕਿ ਵੱਡੇ ਵੀਰੋ ਤੁਸੀਂ ਕੋਈ ਵੀ ਨਾ ਇਸ ਦਲਦਲ 'ਚ ਫਸਿਓ, ਕੋਈ ਵੀ ਨਾ ਫਸਿਓ। ਸੋ ਬਾਈ ਤੁਸੀਂ ਸਮਾਂ ਦਿੱਤਾ, ਵੱਡੀ ਗੱਲ ਤੁਸੀਂ ਆਏ ਸਾਡੇ ਸਟੂਡੀਓ ਦੇ ਵਿੱਚ ਤੇ ਆਪਣੀ ਕਹਾਣੀ ਜਿਹੜੀ ਸਾਂਝੀ ਕੀਤੀ, ਤੇ ਲੋਕ ਮਤਲਬ ਇਹ ਆ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਮੈਂ ਬਹੁਤ ਵੱਡੇ ਵੀਰ ਜੀ ਦਾ ਧੰਨਵਾਦ ਕਰਦਾ ਕਿ ਮੇਰੀ ਜਿਹੜੀ ਆਵਾਜ਼ ਹੈ ਲੋਕਾਂ ਤੱਕ ਜ਼ਰੂਰ ਹੀ ਪਹੁੰਚਾਉਣਗੇ। ਮੈਂ ਵੱਡੇ ਭਾਈ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਬਹੁਤ ਧੰਨਵਾਦ। ਸੋ ਅਸੀਂ ਫੋਨ ਦੇ ਉੱਪਰ ਦੋਨੋਂ ਪੱਖ ਲਏ ਆ। ਵਿਜੇ ਕੁਮਾਰ ਮੇਰੇ ਨਾਲ ਬੈਠੇ ਨੇ, ਉਹ ਤੰਤਰਿਕ ਜਾਂ ਉਹ ਠੱਗ, ਉਹ ਫਰੋਡੀਏ, ਉਹਨਾਂ ਦੇ ਜਿਹੜੇ ਹੈਗੇ ਨੇ, ਉਹਨਾਂ ਨੂੰ ਵੀ ਅਸੀਂ ਫੋਨ ਲਾਏ, ਤਿੰਨਾਂ ਨੂੰ ਫੋਨ ਲਾਏ, ਤਾਂ ਸਪਸ਼ਟ ਜਵਾਬ ਕਿਸੇ ਨੇ ਦਿੱਤਾ ਨਹੀਂ। ਕੋਈ ਕਹਿੰਦਾ ਬਿਜ਼ੀ ਆ, ਕੋਈ ਕਹਿੰਦਾ ਕੁਛ ਆ, ਕੋਈ ਕਹਿੰਦਾ ਕੁਛ ਆ, ਇਸ ਕਰਕੇ ਫੋਨ ਕੱਟ ਗਏ। ਕਹਿੰਦੇ ਨੇ ਕਿ 7300 ਮੈਂ ਸਿਰਫ ਪੂਜਾ ਤੇ ਲਾਤਾ ਤੇ ਪਰ ਹੁਣ ਹਾਫ ਜਿਹੜੇ ਵਾਪਸ ਕਰ ਦੂ। ਤਾਂ ਅਸੀਂ ਅਖੀਰ ਦੇ ਵਿੱਚ ਵੀ ਇਹ ਕਹਿੰਦੇ ਆ, ਸ਼ੁਰੂਆਤ ਦੇ ਵਿੱਚ ਵੀ ਇਹ ਕਿਹਾ ਸੀ, ਵਿਚਕਾਰ ਵੀ ਇਹ ਕਿਹਾ ਸੀ, ਇਹ ਠੱਗ ਨੇ, ਠੱਗ ਨੇ, ਠੱਗ ਨੇ। ਇਹਨਾਂ ਦੀ ਠੱਗੀ ਦੇ ਵਿੱਚ ਬਾਈ ਨਾ ਆਇਓ, ਹੱਥ ਬੰਨ੍ਹ ਕੇ ਬੇਨਤੀ ਕਰਦੇ ਆ, ਇਹਨਾਂ ਠੱਗਾਂ ਤੋਂ ਬਚ ਜਾਓ। ਕੋਈ ਤੰਤਰ ਵਿਦਿਆ, ਕੋਈ ਵਸ਼ੀਕਰਨ, ਕੋਈ ਕਿਸੇ ਨੂੰ ਵਸ ਦੇ ਵਿੱਚ ਕਰਨਾ, ਕੋਈ ਕਾਲਾ ਜਾਦੂ, ਕੋਈ ਇਦਾਂ ਦਾ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਕੋਲੇ, ਇਹਨਾਂ ਠੱਗਾਂ ਦੇ ਕੋਲੇ, ਜਿਹਨਾਂ ਠੱਗਾਂ ਦੀ ਮੈਂ ਗੱਲ ਕਰ ਰਿਹਾ। ਇਹਨਾਂ ਦੇ ਸੰਪਰਕ ਨੰਬਰ ਵੀ ਜਿਹੜੇ ਹੈਗੇ ਨਾਲ ਨਾਲ ਦੇ ਰਹੇ ਆ ਤੁਹਾਨੂੰ, ਨਾਲ ਨਾਲ ਚੱਲ ਰਹੇ ਆ। ਇਹਨਾਂ ਦੇ ਇੰਸਟਾਗ੍ਰਾਮ ਪੇਜਾਂ ਤੇ ਜਾ ਕੇ ਵੀ ਜਿਹੜਾ ਹੈਗਾ ਲਾਹਣਤਾਂ ਜਿੰਨੀਆਂ ਕੁ ਪੈ ਸਕਦੀਆਂ ਕਿਰਪਾ ਕਰਕੇ ਜ਼ਰੂਰ ਪਾਇਓ। ਲਾਹਣਤਾਂ ਭਾਵ ਹੋਰ ਲੋਕਾਂ ਨੂੰ ਜਾਗਰੂਕ ਜ਼ਰੂਰ ਕਰ ਦਿਓ ਕਿ ਭਾਈ ਇਹਨਾਂ ਦੇ ਪੱਲੇ ਕੁਛ ਨਹੀਂ, ਪੱਲੇ ਕੱਖ ਨਹੀਂ, ਪੱਲੇ ਠੱਗੀਆਂ, ਸੋ ਤੋਂ ਪੈਸੇ ਠੱਗਣਗੇ, ਹੋਰ ਕੱਖ ਬਣਦਾ ਨਹੀਂ। ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਇਦਾਂ ਦੀਆਂ ਜਾਗਰੂਕ ਵਾਲੀਆਂ ਇੰਟਰਵਿਊਜ਼, ਇਦਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇ ਬਾਉਂਦੇ ਹੋ ਇਜਾਜ਼ਤ। ਧੰਨਵਾਦ ਜੀ।